ਵਿੱਚੋਂ ਸਾਰਾ ਹੀ ਕਹਿਤਾ ਜੋ ਮਰਜ਼ੀ ਚੇਂਜ ਕਰ ਲਓ, ਬਾਹਰਲਾ ਡੱਬਾ ਉਹੀ ਰਹਿਣ ਦਿਓ। ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਕਾਨੂੰਨ ਗਲਤ ਬਣ ਗਏ ਆ, ਤੋਮਰ ਸਾਹਿਬ ਐਗਰੀਕਲਚਰ ਮਿਨਿਸਟਰ ਨੇ ਪਿਛਲੀ ਮੀਟਿੰਗ 'ਚ ਮੰਨ ਲਿਆ ਸੀਗਾ ਵੀ ਅਸੀਂ ਟ੍ਰੇਡ ਤੇ ਕਮਰਸ ਲਈ ਬਣਾਏ ਆ। ਜੇ ਬਣਾਏ ਵਪਾਰੀਆਂ ਲਈ ਤਾਂ ਕਿਸਾਨਾਂ ਲਈ ਕਿੱਦਾਂ ਇਹ ਵਧੀਆ ਹੋ ਗਏ। ਹੁਣ ਇੱਕ ਮੀਟਿੰਗ ਫਿਰ ਕਾਫੀ ਲੰਬੇ ਅਰਸੇ ਬਾਅਦ ਦੋਨਾਂ ਧਿਰਾਂ ਵੱਲੋਂ ਮਾਮਲਿਆਂ ਨੂੰ ਰੇੜਕਣ ਤੋਂ ਬਾਅਦ ਫਿਰ ਰੱਖੀ ਗਈ ਹੈ। ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ? ਸਿੱਧੂ ਸਾਹਿਬ ਵਿਸ਼ ਤਾਂ ਸਾਰਿਆਂ ਦੀ ਇਹ ਹੈ ਕਿ ਸਰਕਾਰ ਆਪਣੀ ਜਿੱਦ ਛੱਡ ਦੇਵੇ, ਆਪਣੀ ਅੜੀ ਛੱਡ ਦੇਵੇ, ਆਪਣੀ ਜਿਹੜੀ ਡਿਕਟੇਟਰ ਵਾਲਾ ਰਵੱਈਆ ਆ ਉਹ ਛੱਡ ਦੇਣ। ਸੋ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਇਹ ਜ਼ਿਆਦਾ ਕੇਂਦਰ ਦੇ ਹੱਥ ਵਿੱਚ ਹੈ ਕਿਉਂਕਿ ਕਿਸਾਨਾਂ ਨੇ ਤਾਂ ਸ਼ਾਂਤਮਈ ਸੰਘਰਸ਼ ਆਰੰਭਿਆ ਹੋਇਆ। ਜੈਸਾ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਹੈ ਕਿ ਜਿੱਦਾਂ ਖੇਤੀ ਕਾਨੂੰਨ ਰੱਦ ਹੋਣ, ਪਰਾਲੀ ਦਾ ਮਾਮਲਾ ਹੈ, ਦੂਜੇ ਬਿਜਲੀ ਬਿੱਲ ਦਾ ਮਾਮਲਾ ਹੈ, ਇਹਨਾਂ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਬਾਰ-ਬਾਰ ਆਉਂਦਾ ਹੈ ਕਿ ਨਹੀਂ ਜੀ ਸੋਧਾਂ ਕੀਤੀਆਂ ਜਾ ਸਕਦੀਆਂ ਪਰ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ। ਇਸ ਮਾਮਲੇ ਦਾ ਤੁਹਾਨੂੰ ਲੱਗਦਾ ਨਹੀਂ ਕਿ ਨਵੇੜਾ ਤਾਂ ਹੋਣਾ ਚਾਹੀਦਾ ਹੈ? ਨਵੇੜਾ ਹੋਣਾ ਚਾਹੀਦਾ ਹੈ। ਜੋ 8 ਤਾਰੀਖ ਦੀ ਮੀਟਿੰਗ ਅਮਿਤ ਸ਼ਾਹ ਜੀ ਦੇ ਨਾਲ ਸੀ, ਇਹ ਸਾਰੀਆਂ ਗੱਲਾਂ ਹੀ ਜਿਹੜੀ ਹੈ ਕਾਨੂੰਨ ਵਾਪਸ ਨਾ ਲੈ ਕੇ ਬਾਕੀ ਜਿਹੜੇ ਸਮੱਸਿਆ ਹੈ ਸਾਰੀ ਦੀ ਸਾਰੀ ਹੱਲ ਕਰਾਉਣ ਦੀ ਜਿਹੜੀ ਅਮਿਤ ਸ਼ਾਹ ਜੀ ਨੇ ਵਾਅਦਾ ਕੀਤਾ ਸੀ ਸਾਰਿਆਂ ਨਾਲ, ਕਿਸਾਨ ਦੀ ਜੋ ਵੀ ਸਮੱਸਿਆ ਅਸੀਂ ਹੱਲ ਕਰਾਂਗੇ। ਵੈਸੇ ਗੱਲ ਕਰੋ, ਪ੍ਰਪੋਜ਼ਲ ਵੀ ਭੇਜੀ ਸੀ ਔਰ ਜਥੇਬੰਦੀਆਂ ਨੇ ਪ੍ਰਪੋਜ਼ਲ ਨੂੰ ਰਿਜੈਕਟ ਕਰਕੇ ਕਿਹਾ ਸੀ ਯੈਸ ਔਰ ਨੋ ਤੇ ਗੱਲ ਕਰੋ। ਜਦੋਂ ਯੈਸ ਔਰ ਨੋ ਦੀ ਗੱਲ ਆ ਜਾਂਦੀ ਹੈ ਫਿਰ ਉਹ ਕੋਈ ਉਹਦਾ ਮਹੱਤਵ ਮੀਟਿੰਗ ਦਾ ਨਹੀਂ ਰਹਿ ਜਾਂਦਾ। ਇਸ ਮੁੱਦੇ ਨੂੰ, ਇਸ ਮਾਮਲੇ ਨੂੰ, ਇਸ ਮੌਕੇ ਨੂੰ ਕੇਂਦਰ ਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ। ਖੁੱਲ੍ਹਦਿਲੀ ਦੇ ਨਾਲ ਇਸ ਮਾਮਲੇ ਦੇ ਉੱਤੇ ਹੱਲ ਕੱਢਣ ਦੀ ਜ਼ਰੂਰਤ ਹੈ। ਲੱਗਦਾ ਹੈ ਖੁੱਲ੍ਹਦਿਲੀ ਕਿਸੇ ਨਜ਼ਰ ਆਏਗੀ ਪ੍ਰੋਫੈਸਰ ਭੰਡਾਰੀ? ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੋਨੇ ਧਿਰਾਂ ਨੂੰ ਖੁੱਲੇ ਦਿਲ ਨਾਲ, ਜਿੱਦਾਂ ਮੈਂ ਕਿਹਾ ਸੀ, ਕਿਸਾਨੀ ਦੇ, ਲੋਕਾਂ ਦੇ ਔਰ ਮੁਲਕ ਦੇ ਹਿੱਤ ਦੇ ਵਿੱਚ ਕੋਈ ਨਾ ਕੋਈ ਜਿਹੜਾ ਰਸਤਾ ਕੱਢਣਾ ਚਾਹੀਦਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਆਪਾਂ ਡਿਬੇਟ 'ਚ ਦਰਸ਼ਕਾਂ ਨਾਲ ਸਵਾਲ ਲੈਣ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਸੁਰਜੀਤ ਕੁਮਾਰ ਜਿਆਣੀ, ਜਿਨ੍ਹਾਂ ਦੀ ਕਿਸਾਨੀ ਮੁੱਦਿਆਂ ਤੇ ਕੇਂਦਰ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ, ਅਹਿਮ ਭੂਮਿਕਾ ਹੈ ਕੱਲ ਦੀ ਮੀਟਿੰਗ ਬਾਰੇ, ਉਹ ਕਿਵੇਂ ਸੋਚਦੇ ਆ, ਉਹ ਪਹਿਲਾਂ ਉਹਨਾਂ ਦੀ ਰਾਏ ਜਾਣ ਲੈਂਦੇ ਆ। ਜੈਨੀ ਸਾਹਿਬ, ਬਹੁਤ ਅਹਿਮ ਮੌਕੇ ਤੇ ਤੁਸੀਂ ਗੱਲ ਕਰ ਰਹੇ ਹੋ ਜਦੋਂ ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਗੱਲਬਾਤ ਹੋਣ ਜਾ ਰਹੀ ਹੈ। ਤੁਸੀਂ ਇਸ ਗੱਲ ਤੇ ਸ਼ੁਰੂ ਤੋਂ ਮੁੱਦਈ ਰਹੇ ਹੋ ਕਿ ਇਸ ਮਾਮਲਾ ਨੂੰ ਨਿਬੇੜਨ ਦੀ ਲੋੜ ਹੈਗੀ ਹੈ। ਨਿਬੜੇਗਾ ਹੁਣ ਇਹ ਮਾਮਲਾ? ਜਾਨੀ ਜੀ ਕਿਵੇਂ ਦੇਖਦੇ ਹੋ? ਨਿਬੜੇਗਾ ਜੀ, ਨਿਬੜੇਗਾ ਕਿਉਂ ਨਹੀਂ। ਹੁਣ ਜਿਹੜੀ 7ਵੀਂ ਬੈਠਕ ਹੋਣ ਜਾ ਰਹੀ ਹੈ ਕੱਲ ਕਿਸਾਨ ਜਥੇਬੰਦੀਆਂ ਦੀ ਔਰ ਸਰਕਾਰ ਦੀ, ਔਰ ਕੱਲ ਪੂਰੀ ਆਸ ਔਰ ਉਮੀਦ ਹੈ ਕਿ ਗੱਲ ਜਿਹੜੀ ਹੈ ਕੱਲ ਇਹ ਫੈਸਲਾ ਜਿਹੜਾ ਹੋ ਜਾਣਾ ਹੈ ਔਰ ਹੋਣਾ ਵੀ ਚਾਹੀਦਾ ਹੈ। ਜੀ ਸਾਹਿਬ, ਕਿਸਾਨ ਜਥੇਬੰਦੀਆਂ ਚਾਹੁੰਦੀਆਂ ਹੈ ਕਿ ਜਿੱਦਾਂ ਖੇਤੀ ਕਾਨੂੰਨ ਰੱਦ ਹੋਣ, ਪਰਾਲੀ ਦਾ ਮਾਮਲਾ ਹੈ, ਦੂਜੇ ਬਿਜਲੀ ਬਿੱਲ ਦਾ ਮਾਮਲਾ ਹੈ, ਇਹਨਾਂ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਬਾਰ-ਬਾਰ ਆਉਂਦਾ ਹੈ ਕਿ ਨਹੀਂ ਜੀ ਸੋਧਾਂ ਕੀਤੀਆਂ ਜਾ ਸਕਦੀਆਂ ਪਰ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ। ਇਸ ਮਾਮਲੇ ਦਾ ਤੁਹਾਨੂੰ ਲੱਗਦਾ ਨਹੀਂ ਕਿ ਨਵੇੜਾ ਤਾਂ ਹੋਣਾ ਚਾਹੀਦਾ ਹੈ? ਨਹੀਂ, ਨਵੇੜਾ ਹੋਣਾ ਚਾਹੀਦਾ ਹੈ। ਜੋ 8 ਤਾਰੀਖ ਦੀ ਮੀਟਿੰਗ ਅਮਿਤ ਸ਼ਾਹ ਜੀ ਦੇ ਨਾਲ ਸੀ, ਉਹਦੇ ਇਹ ਸਾਰੀਆਂ ਗੱਲਾਂ ਹੀ ਜਿਹੜੀ ਹੈ ਕਾਨੂੰਨ ਵਾਪਸ ਨਾ ਲੈ ਕੇ ਬਾਕੀ ਜਿਹੜੇ ਸਮੱਸਿਆ ਹੈ ਸਾਰੀ ਦੀ ਸਾਰੀ ਹੱਲ ਕਰਾਉਣ ਦੀ ਜਿਹੜੀ ਅਮਿਤ ਸ਼ਾਹ ਜੀ ਨੇ ਵਾਅਦਾ ਕੀਤਾ ਸੀ ਸਾਰਿਆਂ ਨਾਲ, ਕਿਸਾਨ ਦੀ ਜੋ ਵੀ ਸਮੱਸਿਆ ਅਸੀਂ ਹੱਲ ਕਰਾਂਗੇ। ਵੈਸੇ ਗੱਲ ਕਰੋ, ਪ੍ਰਪੋਜ਼ਲ ਵੀ ਭੇਜੀ ਸੀ ਔਰ ਜਥੇਬੰਦੀਆਂ ਨੇ ਪ੍ਰਪੋਜ਼ਲ ਨੂੰ ਰਿਜੈਕਟ ਕਰਕੇ ਕਿਹਾ ਸੀ ਯੈਸ ਔਰ ਨੋ ਤੇ ਗੱਲ ਕਰੋ। ਜਦੋਂ ਯੈਸ ਔਰ ਨੋ ਦੀ ਗੱਲ ਆ ਜਾਂਦੀ ਹੈ ਫਿਰ ਉਹ ਕੋਈ ਉਹਦਾ ਮਹੱਤਵ ਮੀਟਿੰਗ ਦਾ ਨਹੀਂ ਰਹਿ ਜਾਂਦਾ। ਉਹਦੇ ਬਾਅਦ ਕਿਸਾਨ ਜਥੇਬੰਦੀਆਂ ਨੇ ਮਤਲਬ ਵੱਡਾ ਜੇਰਾ ਕਰਕੇ ਕਿਹਾ ਵੀ ਅਸੀਂ ਹੁਣ ਗੱਲਬਾਤ ਸਰਕਾਰ ਦੇ ਨਾਲ ਯੈਸ ਨੋ ਤੋਂ ਅੱਗੇ ਕਰ ਸਕਦੇ ਹਾਂ ਔਰ ਕਰਨੀ ਚਾਹੁੰਦੇ ਹਾਂ। ਤਾਂ ਸਰਕਾਰ ਨੇ ਟਾਈਮ ਦਿੱਤਾ ਹੈ ਤੇ ਕੱਲ ਮੀਟਿੰਗ ਰੱਖੀ ਗਈ ਹੈ ਔਰ ਜਥੇਬੰਦੀਆਂ ਦੀ ਯੈਸ ਨੋ ਤੋਂ ਅੱਗੇ ਵੱਧ ਕੇ ਹੀ ਮੀਟਿੰਗ ਦੇ ਵਿੱਚ ਆ ਰਹੀ ਹੈ। ਚਲੋ ਉੱਥੇ ਜਿਹੜੀ ਗੱਲ ਹੋਣੀ ਹੈ ਕੱਲ, ਫੈਸਲਾ ਤਾਂ ਕੱਲ ਉੱਥੇ ਹੀ ਹੋਣਾ। ਜਾਨੀ ਜੀ ਬਿਲਕੁਲ, ਫੈਸਲਾ ਤਾਂ ਕੱਲ ਉੱਥੇ ਹੀ ਹੋਏਗਾ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਸਵਾਲ ਇਹ ਹੈਗਾ ਕਿ ਜਿੱਦਾਂ ਤੁਸੀਂ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਕਿ ਇਸ ਮੀਟਿੰਗ ਦੇ ਲਈ ਵੀ ਮੀਟਿੰਗ ਤੋਂ ਪਹਿਲਾਂ ਤੁਸੀਂ ਕੇਂਦਰ ਸਰਕਾਰ ਨੂੰ ਮੈਸੇਜ ਕਨਵੇ ਕਰੋਗੇ ਕਿ ਬਹੁਤ ਹੋ ਗਈ ਹੈ, ਲੱਖਾਂ ਕਿਸਾਨ ਜਿਹੜਾ ਹੈ ਦਿੱਲੀ ਦੇ ਬਾਰਡਰ ਤੇ ਬੈਠੇ ਹੈ, ਪੰਜਾਬ ਦਾ ਬੱਚਾ ਕਹਿ ਰਿਹਾ, ਅਰਦਾਸਾਂ ਹੋ ਰਹੀਆਂ, ਤੁਸੀਂ ਵੀ ਪੰਜਾਬੀ ਹੋ, ਗੁਰਦੁਆਰੇ ਦੇ ਅੰਦਰ ਕਿ ਸੱਚੇ ਪਾਤਸ਼ਾਹ ਮਾਮਲਾ ਨਿਬੜਨਾ ਚਾਹੀਦਾ ਹੈ, ਇਸ ਅਰਦਾਸ ਦਾ ਤੁਸੀਂ ਵੀ ਹਿੱਸਾ ਬਣੋਗੇ? ਅਰਦਾਸ ਦਾ ਹਿੱਸਾ ਤਾਂ ਅਸੀਂ ਸਦਾ ਹੀ ਬਣਿਆ, ਪਹਿਲੇ ਦਿਨ ਤੋਂ ਬਣਿਆ ਕਿ ਬਾਬਾ ਨਾਨਕ ਦੀ ਕਿਰਪਾ ਨਾਲ ਜਿਹੜਾ ਹੈ 35 ਦਿਨਾਂ ਦਾ ਚੱਲਿਆ ਅੰਦੋਲਨ ਸੁੱਖ ਸ਼ਾਂਤੀ ਨਾਲ ਚੱਲ ਰਿਹਾ ਹੈ। ਇਹ ਬਾਬਾ ਨਾਨਕ ਦੀ ਕਿਰਪਾ ਹੈ। ਬਾਬੇ ਨਾਨਕ ਦੀ ਕਿਰਪਾ ਨਾਲ ਆਸ ਅਸੀਂ ਕਰ ਸਕਦੇ ਹਾਂ ਵੀ ਕੱਲ ਜਿਹੜਾ ਫੈਸਲਾ ਹੋਇਆ। ਅਰਦਾਸ ਤੇ ਵੀ ਤਾਂ ਆਪਾਂ ਸਾਰੇ ਹੀ ਹਾਂ,
ਹਰ ਵੇਲੇ ਅਰਦਾਸ ਅੱਛੇ ਦੀ ਕਰਦੇ ਹਾਂ, ਸਰਬਤ ਦਾ ਭਲਾ ਮੰਗਦੇ ਹਾਂ। ਉਹਨਾਂ ਦੇ ਵਿੱਚ ਕੱਲ ਤਾਂ ਸਰਕਾਰ ਜਥੇਬੰਦੀਆਂ ਦੀ ਜਿਹੜੀ ਗੱਲ ਹੋਣੀ ਹੈ, ਉਹ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਨੂੰ ਤੁਸੀਂ ਦੱਸੋਗੇ, ਤਾਂ ਸਰਕਾਰ ਨੂੰ ਤਾਂ ਸਾਰੀ ਨੌਲੇਜ ਹੈ, ਸਰਕਾਰ ਕੋਲ ਸਾਰਾ ਯੰਤਰ ਹੈ, ਸਰਕਾਰ ਕੋਲ ਸਾਰੇ ਸਾਧਨ ਨੇ। ਕੋਈ ਸਰਕਾਰ ਤੋਂ ਕੋਈ ਗੱਲ ਛੁਪੀ ਥੋੜੀ ਹੈ, ਕਿੰਨੇ ਲੋਕ ਬੈਠੇ ਨੇ, ਕਿਸ ਮੁਸ਼ਕਿਲ ਨਾਲ ਬੈਠੇ ਨੇ, ਕੀ ਗੱਲ ਹੈ। ਉਹ ਆਪਣੇ ਦੱਸਣ ਦੀ ਤਾਂ ਕੋਈ ਐਸੀ ਗੱਲ ਨਹੀਂ ਹੈ, ਪਰ ਸਰਕਾਰ ਸਭ ਜਾਣਦੀ ਹੈ, ਸਰਕਾਰ ਕਿਸਾਨ ਦੇ ਹਿੱਤ ਵਿੱਚ ਹੈ। ਔਰ ਕੱਲ ਜਿਹੜਾ ਹੈ ਉਹ ਫੈਸਲਾ ਹੋ ਜਾਣਾ ਚਾਹੀਦਾ ਹੈ, ਪੂਰੀ ਆਸ ਉਮੀਦ ਹੈ। ਜੈਨੀ ਜੀ, ਆਖਰੀ ਸਵਾਲ। ਸਾਰੇ ਉਮੀਦ ਕਰਦੇ ਆ ਕਿਉਂਕਿ ਸਰਕਾਰ ਹੀ ਹੁੰਦੀ ਹੈ, ਫੈਸਲੇ ਲੈਣ ਦਾ ਅਧਿਕਾਰ ਸਰਕਾਰ ਕੋਲੇ ਹੈ ਕਿ ਸਰਕਾਰ ਖੁੱਲ੍ਹਦਿਲੀ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਕਿਸਾਨਾਂ ਨੂੰ ਨਵੇਂ ਸਾਲ ਦੇ ਮੌਕੇ ਤੇ ਘਰਾਂ 'ਚ ਭੇਜੇਗੀ। ਜ਼ਰੂਰ ਭੇਜੇਗੀ ਸਰਕਾਰ, ਕੋਈ ਉੱਪਰੋਂ ਨਹੀਂ ਆਉਂਦੀ। ਆ ਲੋਕਾਂ ਦੀ ਬਣਾਈ ਸਰਕਾਰ ਹੈ, ਜਿਹੜੇ ਅੱਜ ਇੱਥੇ ਬੈਠੇ ਨੇ, ਸੜਕਾਂ ਦੇ ਉੱਤੇ ਬੈਠੇ ਨੇ, ਕਿਸਾਨ, ਮਜ਼ਦੂਰ, ਵਪਾਰੀ, ਇਸ ਦੇਸ਼ ਦੇ ਲੋਕਾਂ ਨੇ ਸਰਕਾਰ ਬਣਾਈ ਹੈ। ਪ੍ਰਜਾਤੰਤਰ ਦੇ ਵਿੱਚ ਵੋਟਾਂ ਨਾਲ ਸਰਕਾਰ ਬਣਦੀ ਹੈ। ਔਰ ਇੱਕ ਵੋਟ ਦੀ ਮਹੱਤਵ ਜਿਹੜਾ ਜਦੋਂ ਇਲੈਕਸ਼ਨ ਆਉਂਦਾ ਆਪਾਂ ਸਾਰੇ ਸਮਝਦੇ, ਅਸੀਂ ਤਾਂ ਜਾਣਦੇ ਹਾਂ ਕਿ ਇੱਕ ਵੋਟ ਦੀ ਬੜੀ ਵੈਲਿਊ ਹੋ ਰਹੀ। ਇੱਕ ਵੋਟ ਵਾਸਤੇ ਸਾਨੂੰ ਬੜੀ ਮਤਲਬ ਜਾਣਾ ਪੈਂਦਾ ਹੈ, ਮਿਹਨਤ ਵੀ ਕਰਨੀ ਪੈਂਦੀ ਹੈ, ਗਲਤੀਆਂ ਹੋਵੇ ਤਾਂ ਸੌਰੀ ਵੀ ਫੀਲ ਕਰਨੀ ਪੈਂਦੀ ਹੈ। ਤਾਂ ਸਰਕਾਰ ਸਭ ਜਾਣਦੀ ਹੈ, ਸਰਕਾਰ ਕੋਈ ਲੋਕਾਂ ਦੀ ਪਬਲਿਕ ਬਗੈਰ ਨਹੀਂ ਬਣ ਸਕਦੀ। ਕੱਲ ਪੂਰੀ ਆਸ ਉਮੀਦ ਕੀਤੀ ਜਾ ਸਕਦੀ ਹੈ। ਮੈਂ ਤਾਂ ਕਰ ਰਿਹਾ, ਮੈਨੂੰ ਤਾਂ ਹੈ ਵੀ ਕਿ ਕੱਲ ਫੈਸਲਾ ਹੋ ਜਾਣਾ। ਮਿਹਰਬਾਨੀ ਜੈਨੀ ਸਾਹਿਬ, ਧੰਨਵਾਦ। ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੀ ਖੇਤੀ ਮੁੱਦਿਆਂ ਨੂੰ ਲੈ ਕੇ ਮੀਟਿੰਗ ਤੈਅ ਹੋ ਗਈ ਹੈ। ਭਲਕੇ 30 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ। ਦੋਹਾਂ ਤਰ੍ਹਾਂ 'ਚ ਗੱਲਬਾਤ ਦਾ ਸਾਰੀਆਂ ਧਿਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ, ਕਿਉਂਕਿ ਜਮਹੂਰੀ ਪ੍ਰਕਿਰਿਆ 'ਚ ਗੱਲਬਾਤ, ਡਾਇਲਾਗ ਬਹੁਤ ਜ਼ਰੂਰੀ ਹੈ ਕਿਸੇ ਮਾਮਲੇ ਨੂੰ ਸਿਰੇ ਲਾਉਣ ਦੇ ਲਈ। ਕਿਸਾਨ ਜਥੇਬੰਦੀਆਂ ਦਾ ਮੁੱਦਾ ਹੈ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਘੱਟੋ ਘੱਟ ਸਹਾਇਕ ਕੀਮਤ MSP ਜਿਸ ਨੂੰ ਆਖਦੇ ਹੈ ਉਸ ਦੀ ਕਾਨੂੰਨੀ ਤੌਰ ਤੇ ਗਰੰਟੀ ਦਿੱਤੀ ਜਾਵੇ। ਪਰਾਲੀ ਦੇ ਮਾਮਲੇ 'ਚ ਕਿਸਾਨਾਂ ਦੇ ਖਿਲਾਫ ਜੋ ਕਾਰਵਾਈ ਲਈ ਕਾਨੂੰਨ ਬਣਾਇਆ ਗਿਆ ਉਹ ਕਾਨੂੰਨ ਵਾਪਸ ਲਿਆ ਜਾਵੇ। ਇਸੇ ਤਰੀਕੇ ਨਾਲ ਜਿਹੜਾ ਹੈਗਾ ਬਿਜਲੀ ਬਾਰੇ 2020 ਦਾ ਜਿਹੜਾ ਬਿੱਲ ਆਇਆ ਉਹ ਬਿੱਲ ਵੀ ਰੱਦ ਕੀਤਾ ਜਾਵੇ। ਇਹ ਮੁੱਦੇ ਹੈ। ਦੂਜੇ ਪਾਸੇ ਹਾਕਮ ਧਿਰਾਂ, ਚਾਹੇ ਉਹਦੇ 'ਚ ਮੰਤਰੀ ਹੈ, ਚਾਹੇ ਉਹਦੇ 'ਚ ਭਾਜਪਾ ਦੇ ਨੇਤਾ ਜਾਂ ਹਾਕਮ ਧਿਰ ਦੇ ਹਾਕਮ ਹੈ, ਉਹਨਾਂ ਵੱਲੋਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਗੱਲ ਤਾਂ ਕਹੀ ਜਾ ਹੀ ਰਹੀ ਹੈ ਕਿ ਮੀਟਿੰਗ ਦੇ ਵਿੱਚ ਵਿਚਾਰ ਵਿਮਰਸ਼ ਕਰਨਾ ਜ਼ਰੂਰੀ ਹੈ, ਪਰ ਖੇਤੀ ਕਾਨੂੰਨ ਜਿਹੜੇ ਹੈਗੇ ਆ ਉਹ ਕਿਸਾਨਾਂ ਦੇ ਹਿੱਤ ਵਿੱਚ ਬਣਾਏ ਗਏ ਆ। ਜਿਸ ਮਾਹੌਲ ਦੇ ਵਿੱਚ ਗੱਲਬਾਤ ਹੋ ਰਹੀ ਹੈ, ਸਾਰੀਆਂ ਧਿਰਾਂ ਵੱਲੋਂ ਇਸ ਗੱਲ ਦੀਆਂ ਉਮੀਦਾਂ ਰੱਖੀਆਂ ਜਾ ਰਹੀਆਂ, ਨਜ਼ਰਾਂ ਟਿਕੀਆਂ ਹੋਈਆਂ ਇਸ ਗੱਲ ਤੇ ਕਿ ਇਸ ਮੀਟਿੰਗ ਦੇ ਅੰਦਰੋਂ ਸਾਰਥਕ ਨਤੀਜੇ ਬਾਹਰ ਆਉਣੇ ਚਾਹੀਦੇ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਇਸ ਖਿੱਤੇ ਦੇ ਕੱਦਾਵਰ ਮਹਿਮਾਨ ਪ੍ਰੋਫੈਸਰ ਰਜਿੰਦਰ ਭੰਡਾਰੀ ਜੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੇ ਰਹੇ ਹੈ, ਲੰਬਾ ਰਾਜਸੀ ਤਜਰਬਾ ਰੱਖਦੇ ਹੈ। ਜਗਤਾਰ ਸੰਘੇੜਾ ਜੀ, ਆਮ ਆਦਮੀ ਪਾਰਟੀ ਦੇ ਬੁਲਾਰੇ ਦਾ ਹਾਨੀ, ਖੇਤੀ ਪਿਛੋਕੜ ਦੇ ਤੌਰ ਤੇ ਪੰਜਾਬ ਦੇ ਰਾਜਸੀ ਮਾਮਲਿਆਂ ਦੇ ਚੁਣਨ ਦੀ ਇੱਕ ਵਿਸ਼ੇਸ਼ ਮਹਾਰਤ ਹੈ। ਸਾਡੇ ਨਾਲ ਤੀਜੇ ਮਹਿਮਾਨ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹੈ ਬਲਦੇਵ ਸਿੰਘ ਭਾਈ ਰੂਪਾ, ਟਿੱਕਰੀ ਬਾਰਡਰ ਤੋਂ ਸਿੱਧੇ ਤੌਰ ਤੇ ਸਾਡੇ ਨਾਲ ਡਿਬੇਟ ਦੇ ਵਿੱਚ ਜੁੜੇ ਹੈ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਪ੍ਰੋਫੈਸਰ ਭੰਡਾਰੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿਸ ਤਰੀਕੇ ਨਾਲ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਹੋਣ ਜਾ ਰਹੀ ਹੈ, ਕੀ ਉਮੀਦਾਂ ਰੱਖੀਆਂ ਜਾ ਰਹੀਆਂ, ਕਿਉਂਕਿ ਸਾਰੀਆਂ ਧਿਰਾਂ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਆ ਕੇ ਟਿਕੀਆਂ। ਪ੍ਰੋਫੈਸਰ ਭੰਡਾਰੀ ਜੀ, ਪਹਿਲਾਂ ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਗੱਲਬਾਤ ਹੀ ਇੱਕ ਜ਼ਰੀਆ ਹੁੰਦਾ, ਚਾਹੇ ਘਰ ਹੋਵੇ, ਚਾਹੇ ਦੋਸਤ ਹੋਣ, ਚਾਹੇ ਸਰਕਾਰ, ਚਾਹੇ ਕੋਈ ਵੀ ਪਲੇਟਫਾਰਮ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲਗਭਗ ਮਹੀਨਾ ਕੁ ਹੋਣ ਲੱਗਾ ਤੇ ਗੱਲਬਾਤ ਰੁਕੀ ਸੀ, ਉਹ ਦੁਬਾਰਾ ਸ਼ੁਰੂ ਹੋਈ ਹੈ ਔਰ ਇਹਦੇ ਸਾਰਥਕ ਰਿਜ਼ਲਟ ਆਉਣੇ ਚਾਹੀਦੇ ਹੈ, ਵੀ ਦੁਆ ਕਰਦੇ ਹਾਂ। ਔਰ ਮੈਂ ਪਿਛਲੀ ਇੱਕ ਡਿਸਕਸ਼ਨ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਜਿਹੜੀ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਕਿਸਾਨੀ ਲਈ, ਲੋਕਾਂ ਲਈ, ਉਹ ਦੇਸ਼ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਮੁੱਦੇ ਆਪਸੀ ਸਹਿਮਤੀ ਦੇ ਵਿੱਚ ਕਿਸਾਨੀ, ਲੋਕਾਂ ਔਰ ਦੇਸ਼ ਦੇ ਹਿੱਤ 'ਚ ਫਾਈਨਲ ਹੋਣ। ਉਹੀ ਦੁਆ ਜੀ ਪ੍ਰੋਫੈਸਰ ਭੰਡਾਰੀ, ਆਪਾਂ ਪੰਜਾਬੀ ਹੋਣ ਦੇ ਨਾਤੇ
ਕਿਸੇ ਚੰਗੇ ਮਾਮਲਿਆਂ ਦੀ ਅਰਦਾਸ ਕਰਨਾ ਸਾਡੇ ਸੱਭਿਆਚਾਰ ਦਾ, ਸਾਡੇ ਸੁਭਾਅ ਦਾ ਇੱਕ ਹਿੱਸਾ ਹੈਗਾ। ਪਰ ਇਸ ਅਰਦਾਸ ਦੇ ਵਿੱਚ ਕਿਸਾਨੀ ਅੰਦੋਲਨ ਤੋਂ ਇਲਾਵਾ ਕਰੋੜਾਂ ਲੋਕ ਹੋਰ ਜਿਹੜੇ ਜੁੜੇ ਹੋਏ, ਜਿਹੜੇ ਚਾਹੁੰਦੇ ਆ ਕਿ ਮੀਟਿੰਗ ਦੇ ਸਿੱਟੇ ਸਾਹਮਣੇ ਆਉਣੇ ਚਾਹੀਦੇ ਆ। ਬਾਕੀ ਸਵਾਲ ਲੈਣ ਤੋਂ ਪਹਿਲਾਂ ਪ੍ਰੋਫੈਸਰ ਭੰਡਾਰੀ, ਆਪਾਂ ਸਾਥਕ ਸਿੱਟਿਆਂ ਦੀ ਜਦੋਂ ਉਮੀਦ ਕਰਦੇ ਹਾਂ, ਕਿਤੇ ਸਭ ਨੂੰ ਲੱਗ ਰਿਹਾ ਕਿ ਇਸ ਮੁੱਦੇ ਨੂੰ, ਇਸ ਮਾਮਲੇ ਨੂੰ, ਇਸ ਮੌਕੇ ਨੂੰ ਕੇਂਦਰ ਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ। ਖੁੱਲ੍ਹਦਿਲੀ ਦੇ ਨਾਲ ਇਸ ਮਾਮਲੇ ਦੇ ਉੱਤੇ ਹੱਲ ਕੱਢਣ ਦੀ ਜ਼ਰੂਰਤ ਹੈ। ਲੱਗਦਾ ਖੁੱਲ੍ਹਦਿਲੀ ਕਿਤੇ ਨਜ਼ਰ ਆਏਗੀ ਪ੍ਰੋਫੈਸਰ ਭੰਡਾਰੀ? ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੋਨੇ ਧਿਰਾਂ ਨੂੰ ਖੁੱਲੇ ਦਿਲ ਨਾਲ, ਜਿੱਦਾਂ ਮੈਂ ਕਿਹਾ ਸੀ, ਕਿਸਾਨੀ ਦੇ, ਲੋਕਾਂ ਦੇ ਔਰ ਮੁਲਕ ਦੇ ਹਿੱਤ ਦੇ ਵਿੱਚ ਕੋਈ ਨਾ ਕੋਈ ਜਿਹੜਾ ਰਸਤਾ ਕੱਢਣਾ ਚਾਹੀਦਾ। ਉਹਦੇ ਵਿੱਚ ਸਾਰਿਆਂ ਦਾ ਆ ਗਿਆ। ਮੈਂ ਕਿਸਾਨੀ ਨੂੰ ਇੱਕ ਨੰਬਰ ਤੇ ਰੱਖਿਆ, ਕਿਸਾਨੀ, ਲੋਕਾਂ ਔਰ ਦੇਸ਼ ਦੇ ਹਿੱਤ 'ਚ। ਸੋ ਦੋਨੇ ਧਿਰਾਂ ਨੂੰ ਖੁੱਲੇ ਦਿਲ ਨਾਲ ਔਰ ਬੜੇ ਹੀ ਸੰਜੀਦਗੀ ਨਾਲ ਇੱਕ ਇੱਕ ਵਿਸ਼ੇ ਤੇ ਚਰਚਾ ਕਰਕੇ ਉਹਦਾ ਹੱਲ ਕੱਢਣਾ ਚਾਹੀਦਾ। ਅਸੀਂ ਉਮੀਦ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ। ਜੀ ਜਗਤਾਰ ਸੰਘੇੜਾ ਜੀ, ਤੁਸੀਂ ਕਮੈਂਟ ਸੁਣੇ ਹੈ ਪ੍ਰੋਫੈਸਰ ਭੰਡਾਰੀ ਦੇ। ਸਵਾਲ ਤਾਂ ਇੱਕੋ ਹੀ ਹੈ ਕਿ ਮੀਟਿੰਗ ਹੋਣ ਜਾ ਰਹੀ ਹੈ, ਮੀਟਿੰਗ ਦੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ। ਅੱਧੀ ਦਰਜਨ ਤੋਂ ਵਧੇਰੇ ਪਿਛਲੇ ਸਮੇਂ 'ਚ ਮੀਟਿੰਗਾਂ ਹੋਈਆਂ ਜਿਨ੍ਹਾਂ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਨਿਰਾਸ਼ਤਾ ਵੀ ਹੋਈ ਹੈ, ਅੰਦੋਲਨ ਵੀ ਤੇਜ਼ ਹੋਇਆ, ਤਰ੍ਹਾਂ ਤਰ੍ਹਾਂ ਦੇ ਦੋਸ਼ ਪ੍ਰਤੀ ਦੋਸ਼ ਸਾਹਮਣੇ ਲੱਗ ਰਿਹਾ ਹੈ। ਹੁਣ ਇੱਕ ਮੀਟਿੰਗ ਫਿਰ ਕਾਫੀ ਲੰਬੇ ਅਰਸੇ ਬਾਅਦ ਦੋਨਾਂ ਧਿਰਾਂ ਵੱਲੋਂ ਮਾਮਲਿਆਂ ਨੂੰ ਰਿੜਕਣ ਤੋਂ ਬਾਅਦ ਫਿਰ ਰੱਖੀ ਗਈ ਹੈ। ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ? ਸਿੱਧੂ ਸਾਹਿਬ, ਵਿਸ਼ ਤਾਂ ਸਾਰਿਆਂ ਦੀ ਇਹ ਹੈ ਕਿ ਸਰਕਾਰ ਆਪਣੀ ਜਿੱਦ ਛੱਡ ਦੇਵੇ, ਆਪਣੀ ਅੜੀ ਛੱਡ ਦੇਵੇ, ਆਪਣੀ ਜਿਹੜੀ ਡਿਕਟੇਟਰ ਵਾਲਾ ਰਵੱਈਆ ਆ ਉਹ ਛੱਡ ਦੇਣ। ਜਿੱਦਾਂ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਸੀਗਾ, ਉਸ ਭਾਵਨਾ ਨਾਲ ਕੰਮ ਕਰਨੇ। ਲੋਕ ਇੰਡੀਅਨ ਸਿਟੀਜ਼ਨ ਨੇ, ਜਿਹੜੇ ਕਿਸਾਨ ਨੇ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਹਰਿਆਣਾ ਦੇ ਨੇ, ਚਾਹੇ ਉੱਤਰ ਪ੍ਰਦੇਸ਼ ਦੇ ਨੇ, ਚਾਹੇ ਉਹ ਕੇਰਲ ਤੱਕ ਅੰਦੋਲਨ ਫੈਲ ਗਿਆ, ਸਾਰੇ ਇੰਡੀਆ 'ਚ ਫੈਲ ਚੁੱਕਾ ਆ। ਸਾਰੇ ਕਿਸਾਨ ਭਾਈਚਾਰਾ ਜਿਹੜਾ ਆ ਇਹ ਅੰਨਦਾਤਾ ਆ। ਹਰ ਇੱਕ ਚੀਜ਼ ਜਿਹੜੀ ਵੀ ਅਸੀਂ ਮੂੰਹ ਵਿੱਚ ਪਾਉਂਦੇ ਆ ਉਹ ਕਿਸਾਨ ਦੇ ਹੱਥ ਲੱਗੇ ਹੋਏ ਆ। ਉਸ ਚੀਜ਼ ਨੂੰ ਉਹ ਤਾਂ ਕੰਜ਼ਿਊਮਰ ਤੱਕ ਪਹੁੰਚਦੀ ਹੈ। ਸੋ ਜਿਹੜੇ ਕਾਨੂੰਨ ਔਨ ਦਾ ਫਲੋਰ ਸਾਬਤ ਹੋ ਚੁੱਕੇ ਹੈ ਕਿ ਇਹ ਕਾਨੂੰਨ ਸਹੀ ਨਹੀਂ ਹਨ। ਕੱਲ ਇੱਕ ਡਿਬੇਟ ਦੇ ਵਿੱਚ ਗਿਆਨੀ ਸਾਹਿਬ ਵੀ, ਗਰੇਵਾਲ ਸਾਹਿਬ ਵੀ ਤੇ ਇੱਕ ਕੁਲਦੀਪ ਭੰਗੇਵਾਲਾ ਜੀ, ਇਹਨਾਂ ਦੇ ਯੰਗ ਆਗੂ ਹੈਗੇ ਆ, ਉਹ ਵੀ ਸਾਰੇ ਇਹੀ ਕਹੀ ਜਾਂਦੇ ਸੀ। ਜਦ ਵਿੱਚੋਂ ਸਾਰਾ ਹੀ ਕਹਿਤਾ ਜੋ ਮਰਜ਼ੀ ਚੇਂਜ ਕਰ ਲਓ, ਬਾਹਰਲਾ ਡੱਬਾ ਉਹੀ ਰਹਿਣ ਦਿਓ। ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਕਾਨੂੰਨ ਗਲਤ ਬਣ ਗਏ ਆ, ਤੋਮਰ ਸਾਹਿਬ ਐਗਰੀਕਲਚਰ ਮਿਨਿਸਟਰ ਨੇ ਪਿਛਲੀ ਮੀਟਿੰਗ 'ਚ ਮੰਨ ਲਿਆ ਸੀਗਾ ਵੀ ਅਸੀਂ ਟ੍ਰੇਡ ਤੇ ਕਮਰਸ ਲਈ ਬਣਾਏ ਆ। ਜੇ ਬਣਾਏ ਵਪਾਰੀਆਂ ਲਈ ਤਾਂ ਕਿਸਾਨਾਂ ਲਈ ਕਿੱਦਾਂ ਇਹ ਵਧੀਆ ਹੋ ਗਏ? ਸੋ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਇਹ ਜ਼ਿਆਦਾ ਕੇਂਦਰ ਦੇ ਹੱਥ ਵਿੱਚ ਹੈ ਕਿਉਂਕਿ ਕਿਸਾਨਾਂ ਨੇ ਤਾਂ ਸ਼ਾਂਤਮਈ ਸੰਘਰਸ਼ ਆਰੰਭਿਆ ਹੋਇਆ। ਬਾਕੀ ਪਾਰਟੀਆਂ ਵੀ ਸਾਰੀਆਂ ਸਪੋਰਟ ਕਰ ਰਹੀਆਂ। ਜੋ ਵੀ ਦਾਇਰਾ ਹੈਗਾ, ਜੋ ਵੀ ਕਾਇਦਾ ਕਾਨੂੰਨ ਜਾਂ ਜੋ ਵੀ ਡਿਸਪਲਿਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਤਾ ਆ, ਉਹਦੇ ਅਨੁਸਾਰ ਸਾਰੇ ਹਮਾਇਤ ਕਰ ਰਹੇ ਆ ਘੋਲ ਦੀ, ਸਿਵਾਏ ਇਕੱਲੀ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਹੁਕਮਰਾਨ ਪਾਰਟੀ ਹੈ। ਜ਼ਿਆਦਾ ਇਹਨਾਂ ਦੇ ਹੱਥ 'ਚ ਆ, ਜਦੋਂ ਮਰਜ਼ੀ ਇਹ ਗੱਲ ਖਤਮ ਕਰ ਸਕਦੇ ਆ ਕਾਨੂੰਨ ਰੱਦ ਕਰਕੇ। ਇੱਕ ਮਤਲਬ ਇਹ ਸਿੰਪਲ ਜਿਹਾ ਫੈਸਲਾ ਆ। ਸੋ ਇਸ ਕਰਕੇ ਬਹੁਤਾ ਕੁਝ ਬਾਕੀ ਲੋਕਾਂ ਦੇ ਹੱਥ 'ਚ ਨਹੀਂ ਹੈ। ਬਾਕੀ ਲੋਕਾਂ ਦੇ, ਕਿਸਾਨਾਂ ਦੇ ਹੱਥ ਜਗ੍ਹਾ ਜਿਹੜਾ ਸੰਘਰਸ਼ ਕਰ ਰਹੇ ਨੇ ਔਰ ਉਹਦੇ ਵਾਸਤੇ ਵਧਾਈ ਦੇ ਪਾਤਰ ਨੇ। ਬੜਾ ਸਫਲਤਾਪੂਰਵਕ ਸੰਘਰਸ਼ ਚੱਲ ਰਿਹਾ ਹੈ, ਘਰ ਘਰ ਤੱਕ ਸੰਘਰਸ਼ ਦਾ ਸੁਨੇਹਾ ਪਹੁੰਚ ਰਿਹਾ। ਜੀ ਜਗਤਾਰ ਜੀ, ਸੰਘਰਸ਼ ਦੇ ਮੁੱਦੇ ਤੇ ਮੈਂ ਆਵਾਂਗਾ ਤੁਹਾਡੇ ਵੱਲ। ਜਗਤਾਰ ਜੀ, ਸੰਘਰਸ਼ ਦੇ ਮੁੱਦੇ ਤੇ ਮੈਂ ਦੁਬਾਰਾ ਆਵਾਂਗਾ ਤੁਹਾਡੇ ਵੱਲ। ਜਿੱਦਾਂ ਆਪਾਂ ਸਰਜੀਤ ਕੁਮਾਰ ਜਿਆਨੀ ਜੀ ਦੀ ਗੱਲ ਕੀਤੀ ਹੈ, ਸਰਜੀਤ ਕੁਮਾਰ ਜਿਆਨੀ ਜੀ ਹੋਣ, ਚਾਹੇ ਪ੍ਰੋਫੈਸਰ ਭੰਡਾਰੀ ਹੋਣ ਜਾਂ ਹੋਰ, ਭਾਜਪਾ 'ਚ ਇੱਦਾਂ ਦੇ ਨੇਤਾ ਵੀ ਹੈਗੇ ਜਿਹੜੇ ਕੱਲ੍ਹ ਦੀ ਮੀਟਿੰਗ ਨੂੰ ਲੈ ਕੇ ਇਹ ਅਰਦਾਸ ਕਰ ਰਹੇ ਹੈ ਕਿ ਵੀ ਮਾਮਲਾ ਸਿਰੇ ਨਿਬੜਨਾ ਚਾਹੀਦਾ ਹੈ। ਇਹਦੇ ਤੋਂ ਕਿਧਰੇ ਲੱਗਦਾ ਹੈ ਕਿ ਜੇ ਕੁਝ ਹਿੱਸੇ ਬਾਰੇ ਜਿਹੜਾ ਹੋਰ ਨੈਗੇਟਿਵ ਗੱਲਾਂ ਕੀਤੀਆਂ ਜਾਂਦੀਆਂ, ਇਸ ਸਮੇਂ ਭਾਜਪਾ ਦੇ ਕਈ ਨੇਤਾ ਵੀ ਹੈਗੇ ਜਿਹੜੇ ਚਾਹੁੰਦੇ ਆ ਕਿ ਮਾਮਲਾ ਹੱਲ ਹੋਵੇ। ਦੇਖੋ, ਹੱਲ ਹੋਣ ਲਈ ਤਾਂ ਪਹਿਲਾਂ ਸ਼ੁਰੂਆਤ ਜਿਹੜੀ ਆ, ਗਿਆਨੀ ਸਾਹਿਬ ਦਾ ਰੋਲ ਸ਼ੁਰੂਆਤ ਵਿੱਚ ਕਾਫੀ ਠੀਕ ਰਿਹਾ ਆ। ਜਦੋਂ ਭਾਜਪਾ ਨੂੰ ਇਹਨਾਂ ਨੂੰ ਦਿੱਲੀ ਬੁਲਾਉਣਾ ਪਿਆ ਸੀਗਾ ਵੀ ਦੱਸੋ ਕਿ ਕੀ ਗੱਲ ਹੈ, ਜਦੋਂ ਉਹਨਾਂ ਨੇ ਕਲੀਅਰ ਕੱਟ ਹੀ ਕਹਿ ਦਿੱਤਾ ਸੀ ਕਿ ਪੰਜਾਬ ਦੇ ਆਗੂਆਂ ਦੀ ਕੋਈ ਗੱਲ ਹੀ ਨਹੀਂ ਸੁਣਦਾ, ਉਸੇ ਹਿਸਾਬ ਨਾਲ ਹੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਦਾ ਹਰਜੀਤ ਸਿੰਘ ਗਰੇਵਾਲ ਜੀ ਹੁਣਾਂ ਦਾ ਉਨਾ ਹੀ ਅੱਗ ਲਾਊ ਇਹ ਮਤਲਬ ਰੋਲ ਹੈਗਾ, ਉਹ ਨੈਗੇਟਿਵ ਰੋਲ ਪਲੇ ਕਰ ਰਹੇ ਆ। ਪਤਾ ਨਹੀਂ, ਆਈ ਡੋਂਟ ਨੋ,
ਡਾਇਰੈਕਸ਼ਨਸ ਦੋਨਾਂ ਨੂੰ ਪੀਐਮਓ ਹਾਊਸ ਤੋਂ ਆਉਂਦੀਆਂ ਆ, ਪ੍ਰਾਈਮ ਮਿਨਿਸਟਰ ਆਫਿਸ ਤੋਂ ਆਉਂਦੀਆਂ ਆ। ਤੇ ਅੱਗੇ ਇਹਨਾਂ ਬਾਰੇ ਕੀ ਕਹਿਣਾ, ਖੁਦ ਪ੍ਰਾਈਮ ਮਿਨਿਸਟਰ ਖੁਦ ਝੂਠ ਬੋਲੀ ਜਾ ਰਹੇ ਆ, ਫੇਰ ਕਹੀ ਜਾ ਰਹੇ ਆ ਕਿ ਇਹ ਜਿਹੜੇ ਕਾਨੂੰਨ ਆ ਇਹਦੇ ਨਾਲ ਕਿਸਾਨਾਂ ਨੂੰ ਆਜ਼ਾਦੀ ਦੇ ਦਿੱਤੀ, ਜਦ ਕਿ ਆਜ਼ਾਦੀ ਬਾਰ-ਬਾਰ ਜਿਹੜੀ ਕਿਸਾਨ ਜਥੇਬੰਦੀਆਂ ਨੇ ਲਿਖਿਆ ਅਸੀਂ ਵੀ ਆਹ ਡਿਬੇਟ ਕਰਨੇ ਆ 1976 ਤੋਂ ਹੀ ਆ ਕਿਸਾਨਾਂ ਨੂੰ ਜਿੱਥੇ ਮਰਜ਼ੀ ਵੇਚਣ, ਫੇਰ ਕਹੀ ਜਾਂਦੇ ਆ ਕਿਸਾਨ ਮਨ ਚਾਹੀ ਕੀਮਤ ਲੈ ਸਕਦਾ। ਮਤਲਬ ਝੂਠ ਬੋਲੀ ਜਾ ਰਹੇ ਉਸ ਤਰ੍ਹਾਂ ਹੀ ਤੁਹਾਡਾ ਵਿਵਰਣ ਆ ਗਿਆ। ਓਕੇ ਜਗਤਾਰ ਜੀ, ਥੈਂਕ ਯੂ ਵੈਰੀ ਮਚ, ਤੁਹਾਡਾ ਵਿਵਰਣ ਆ ਗਿਆ। ਬਲਦੇਵ ਜੀ, ਜਿਸ ਮੁੱਦੇ ਤੇ ਤੁਸੀਂ ਪ੍ਰੋਫੈਸਰ ਭੰਡਾਰੀ ਨੂੰ ਵੀ ਸੁਣਿਆ, ਜਗਤਾਰ ਸਿੰਘੜਾ ਨੂੰ ਵੀ ਸੁਣਿਆ, ਤੁਸੀਂ ਟਿਕਰੀ ਬਾਰਡਰ ਤੇ ਬੈਠੇ ਹੋ, ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਇਸ ਵੇਲੇ ਕਿਸਾਨ ਜਥੇਬੰਦੀਆਂ ਆਪਣੀ ਮੀਟਿੰਗ ਵੀ ਕਰ ਰਹੀਆਂ। ਕੱਲ ਦਾ ਸੱਦਾ ਆ ਚੁੱਕਾ ਹੈ, ਜਿਹੜੇ ਕਿਸਾਨ ਆਗੂ ਆ ਇੱਥੇ ਜਿਹੜੇ ਲੱਖਾਂ ਲੋਕ ਇਕੱਠੇ ਹੋਏ ਹੈ, ਕੱਲ ਦੀ ਮੀਟਿੰਗ ਬਾਰੇ ਕਿਵੇਂ ਸੋਚ ਰਹੇ ਹੋ? ਕੱਲ ਦਾ ਮੈਂ ਧੰਨਵਾਦ ਕਰਦਾ ਸਾਡੇ ਨਜ਼ਰੀਆ ਸਾਰੇ ਸਰੋਤੇ ਜਿਹੜੇ ਦੇਖ ਰਹੇ ਨੇ ਸਾਡੇ ਚੈਨਲ ਨੂੰ। ਜੀ ਦੇਖੋ ਗੱਲ ਇਹ ਆ ਜੀ ਵੀ ਹੁਣ ਜਿਹੜਾ ਸਾਡਾ ਸਿਦਕ ਆ ਕਿਸਾਨਾਂ ਦਾ 5 ਸਾਲ ਤੋਂ ਲਾ ਕੇ 90 95 ਸਾਲਾਂ ਦੇ ਬਜ਼ੁਰਗਾਂ ਦਾ ਉਹ ਕਿੰਨੀ ਕੁ ਪਰਖ ਕਰਨੀ ਆ ਹਜੇ ਕੇਂਦਰ ਸਰਕਾਰ ਨੇ। ਚਲੋ ਪ੍ਰੋਫੈਸਰ ਸਾਹਿਬ ਨੇ ਵਧੀਆ ਗੱਲ ਕਰੀ ਆ ਵੀ ਅਸੀਂ ਅਰਦਾਸ ਕਰਦੇ ਆ ਕਿ ਇਹ ਗੱਲ ਕਿਸੇ ਸਿਰੇ ਲੱਗੇ। ਦੇਖੋ ਜੀ ਸਿੱਧੀ ਸਾਦੀ ਗੱਲ ਆ, ਇਹਨਾਂ ਦੇ ਜਿਹੜੇ ਮੰਤਰੀ ਸੀਗੇ, ਜਿਹੜੇ ਇਹਨਾਂ ਦੇ ਮੀਟਿੰਗਾਂ ਦੇ ਵਿੱਚ ਅਧਿਕਾਰੀ ਬੈਠਦੇ ਆ, ਉਹਨਾਂ ਸਾਰਿਆਂ ਨੂੰ ਜਿਹੜੇ ਅਸੀਂ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਸਵਾਲ ਪੁੱਛੇ ਸੀ, ਉਹਨਾਂ ਤੋਂ ਕੋਈ ਜਵਾਬ ਤਾਂ ਦਿੱਤਾ ਨਹੀਂ ਗਿਆ ਜੀ, ਕਿਸੇ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਗਿਆ। ਮੂੰਹ 'ਚ ਉਂਗਲਾਂ ਪੈ ਜਾਂਦੀਆਂ। ਉਹਨਾਂ ਨੂੰ ਗੋਲ ਮੇਜ਼ ਤੇ ਇਹ ਲਿਆ ਕੇ ਦਿਖਾਤਾ ਕਿ ਆਹ ਜਿਹੜਾ ਇਹਦੇ ਵਿੱਚ ਐ ਦੱਸੋ ਵੀ ਆਹ ਲੈਣ ਕਿਹੜੀ ਆ, ਆਹ ਲੈਣ ਕਾਹਦੇ ਵਾਸਤੇ ਆ, ਆਹ ਲੈਣ ਕਾਹਦੇ ਵਾਸਤੇ ਆ, ਤੇ ਉਹਨਾਂ ਕਿਸੇ ਵੀ ਗੱਲ ਦਾ ਕੋਈ ਜਵਾਬ ਹੀ ਨਹੀਂ ਹੈਗਾ ਜੀ। ਜਿਹੜੀ ਜਿੱਦ ਫੜੀ ਹੋਈ ਆ ਕੇਂਦਰ ਸਰਕਾਰ ਦੀ, ਇਹ ਲੋਕ ਵਿਰੋਧੀ ਆ, ਕਿਸਾਨ ਵਿਰੋਧੀ ਤਾਂ ਹੈ ਹੀ ਹੈ। ਇਸ ਕਰਕੇ ਜਿਹੜੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਆ, ਉਹ ਹੁਣ ਗੇਂਦ ਆ ਜਿਹੜੀ ਉਹ ਕੇਂਦਰ ਦੇ ਪਾਲੇ 'ਚ ਆ ਜੀ, ਹੈ ਕੇਂਦਰ ਨੇ ਕਰਨਾ। ਕਿਸਾਨ ਜਥੇਬੰਦੀਆਂ ਦਾ ਫੈਸਲਾ ਤਾਂ ਉਹਨਾਂ ਨੇ ਅੱਜ ਤੋਂ, ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਮਹੀਨਾ ਪਹਿਲਾਂ ਹੀ ਜਿਹੜੀ ਗੱਲ ਤੇ ਬ੍ਰੇਕ ਲੱਗੀ ਹੋਈ ਸੀ, ਪਹਿਲਾਂ ਹੀ ਦੱਸਤਾ ਸੀਗਾ। ਫਿਰ ਇਹਨਾਂ ਨੇ ਵਿੱਚ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦੋ ਲੈਟਰ ਭੇਜੇ, ਪਹਿਲਾਂ 2 ਨਹੀਂ ਸੀ ਅਸਲ ਦੇ ਵਿੱਚ ਲੈਟਰ, ਉਹ ਇੱਕੋ ਹੀ ਸੀਗਾ ਜੀ। ਉਹਦੇ ਵਿੱਚ ਉਹ ਜਿਹੜਾ ਲੈਣਾ ਸੀਗੀਆਂ, ਜਿਹੜੇ ਉਹ ਪੁਆਇੰਟ ਸੀ ਉਹ ਅੱਗੇ ਪਿੱਛੇ ਕੀਤੇ ਹੋਏ ਸੀ ਉਹਦੇ ਚੋਂ ਅਸੀਂ ਕਿਸਾਨ ਜਥੇਬੰਦੀਆਂ ਨੇ ਤਾਂ ਇਹੀ ਕਿਹਾ ਸੀਗਾ ਵੀ ਤਿੰਨੇ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਆ, ਇਹ ਕੱਲੀਆਂ ਕਿਸਾਨ ਜਥੇਬੰਦੀਆਂ ਨਹੀਂ ਕਹਿੰਦੀਆਂ, ਦੇਸ਼ ਦੇ ਜਿਹੜੇ ਪੜ੍ਹਿਆ ਲਿਖਿਆ ਤਬਕਾ, ਚਾਹੇ ਉਹ ਪੱਤਰਕਾਰ ਹੋਣ, ਚਾਹੇ ਅਰਥ ਸ਼ਾਸਤਰੀ ਹੋਣ, ਚਾਹੇ ਜਿਹੜੇ ਸਾਡੇ ਖੇਤੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆ, ਚਾਂਸਲਰ ਆ, ਉਹ ਹੋਣ, ਸਾਰਿਆਂ ਨੇ ਇਹ ਕਹਿਤਾ ਵੀ ਇਹ ਜਿਹੜੇ ਬਿੱਲ ਆ ਇਹ ਕਿਸਾਨਾਂ ਦੇ ਵਾਰੰਟਾਂ ਤੇ ਸਾਈਨ ਤਾਂ ਇਹਨਾਂ ਦੇ ਹੈਗੇ ਆ, ਇਹਦੇ ਨਾਲ ਜਿਹੜੀਆਂ ਹੈਗੀਆਂ ਦੂਸਰੇ ਲੋਕਾਂ ਦਾ ਵੀ ਇਹਦੇ ਨਾਲ ਉਜਾੜਾ ਹੋਣਾ, ਬਹੁਤ ਵੱਡਾ ਨੁਕਸਾਨ ਹੋਣਾ। ਦੂਸਰੀ ਗੱਲ ਇਹ ਹੈ ਜੀ, ਜਿਹੜੀ ਚੀਜ਼ ਅਸੀਂ ਮੰਗਦੇ ਹੀ ਨਹੀਂ ਹੈਗੇ, ਜਿਹੜੀ ਕਿਸੇ ਕਿਸਾਨ ਨੇ ਜਾਂ ਕਿਸਾਨ ਜਥੇਬੰਦੀ ਨੇ ਪੂਰੇ ਦੇਸ਼ ਦੀ ਨੇ ਕੋਈ ਜਿਹੜਾ ਇਹ ਕਹਿੰਦੇ ਆ ਵੀ ਬਹੁਤ ਵੱਡੇ ਫਾਇਦੇ ਹੋਣੇ ਆ, ਇਹ ਆਮਦਨ ਦੁੱਗਣੀ ਹੋ ਜੂਗੀ, ਕਿਸਾਨਾਂ ਨੂੰ ਹੁਣ ਆਜ਼ਾਦੀ ਦੇਤੀ, ਇਹਦਾ ਮਤਲਬ ਪਹਿਲਾਂ ਕਿਸਾਨ ਗੁਲਾਮ ਹੀ ਸੀਗੇ, ਹੁਣ ਆਜ਼ਾਦੀ ਦੀ ਨਵੀਂ ਦੀ ਗੱਲ ਕਰਦੇ ਆ। ਇਹ ਕਿਸਾਨਾਂ ਦਾ ਖੂਨ ਪੀ ਕੇ, ਖੂਨ ਨਿਚੋੜ ਕੇ, ਇਹ ਸਿੱਧਾ ਸਾਦਾ ਜੀ 1.25 ਕਰੋੜ ਜਿਹੜੇ ਲੋਕ ਨੇ ਭਾਰਤ ਦੇ, ਉਹਨਾਂ ਨੂੰ ਇਗਨੋਰ ਕਰਕੇ ਉਹ ਤੇ ਜਿਹੜੇ 2-3 ਬੰਦੇ ਆ, ਅਡਾਨੀਆਂ ਅਵਾਨੀਆਂ, ਇਹੋ ਜਿਹਾ ਕੋਈ ਕਾਰਪੋਰੇਟ ਘਰਾਣਾ ਹੋਰ ਹੋ ਸਕਦਾ, ਸਾਰਾ ਕੁਛ ਉਹਨਾਂ ਦੀ ਪਿੱਠ ਤੇ ਖੜਾ। ਸੱਚ ਆ ਜਿਹੜਾ, ਸੱਚ ਹਮੇਸ਼ਾ ਮੂੰਹ ਦੇ ਵਿੱਚੋਂ ਕਦੇ ਨਾ ਕਦੇ ਤਾਂ ਬੰਦੇ ਦੇ ਮੂੰਹ ਚੋਂ ਨਿਕਲਦਾ ਹੀ ਆ। ਚਾਹੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਹ ਕਹਿ ਹੀ ਦਿੱਤਾ ਸੀਗਾ, ਜਿਵੇਂ ਸਿੰਘੜਾ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਇਹ ਕਾਨੂੰਨ ਬਣਾਏ ਆ ਇਹ ਵਪਾਰੀਆਂ ਵਾਸਤੇ ਬਣਾਏ ਆ, ਕਿਸਾਨ ਤਾਂ ਵਪਾਰੀ ਹੈ ਹੀ ਨਹੀਂ ਗਏ। ਬਲਦੇਵ ਜੀ, ਤੁਹਾਡੀ ਗੱਲ ਆ ਗਈ। ਮੈਂ ਪ੍ਰੋਫੈਸਰ ਭੰਡਾਰੀ ਕੋਲੇ ਇਸ ਮੁੱਦੇ ਤੇ ਸਵਾਲ ਲੈਣ ਜਾ ਰਿਹਾ, ਪਰ ਇੱਕ ਸੰਖੇਪ ਚ ਤੁਹਾਡੇ ਕਮੈਂਟ ਚਾਹਾਂਗਾ। ਸੋ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ,
ਕਿਸਾਨ ਜਥੇਬੰਦੀਆਂ ਇਸ ਗੱਲ ਤੇ ਤਾਂ ਕਾਇਮ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ ਜਾਂ ਇਸ ਤੋਂ ਹੇਠਾਂ ਵੀ ਕੋਈ ਗੱਲਬਾਤ ਹੋ ਸਕਦੀ ਹੈ? ਬਿਲਕੁਲ ਨਹੀਂ ਜੀ, ਵਿੱਚ ਵਿਚਾਲੇ ਵਾਲਾ ਕੋਈ ਰਾਹ ਨਹੀਂ ਹੈਗਾ। ਅਸੀਂ ਤਾਂ 1 ਮਹੀਨਾ ਪਹਿਲਾਂ ਹੀ ਸਾਫ਼ ਕਰਤਾ ਸੀਗਾ, ਸਾਡੇ ਆਗੂਆਂ ਨੇ ਸਾਫ਼ ਕਰਤਾ ਸੀਗਾ। ਜਦੋਂ ਇਹ ਇਸ ਚੀਜ਼ ਨੂੰ ਮੰਨਦੇ ਆ ਵੀ ਇਹ ਜਿਹੜੇ ਕਾਨੂੰਨ ਬਣਾਏ ਆ, ਇਹ ਕਾਨੂੰਨਾਂ 'ਚ ਬਹੁਤ ਸਾਰੇ ਨੁਕਸ ਫਰਕ ਸਾਤੋਂ ਰਹੇ ਹੋਏ ਆ। ਫਿਰ ਮੈਂ ਦੁਬਾਰੇ ਰਿਪੀਟ ਕਰ ਦੇਣਾ ਵੀ ਖੇਤੀਬਾੜੀ ਮੰਤਰੀ ਕਹਿੰਦਾ ਵੀ ਇਹ ਤਾਂ ਵਪਾਰੀਆਂ ਵਾਸਤੇ ਬਣਾਏ ਹੋਏ ਆ। ਫਿਰ ਇਹਦੇ ਵਿੱਚ ਵਿਚਾਲੇ ਵਾਲਾ ਰਸਤਾ ਦੱਸੋ ਜੀ, ਦੱਸੋ ਵਿੱਚ ਵਿਚਾਲੇ ਵਾਲਾ ਰਸਤਾ ਕੋਈ ਹੈਗਾ? ਕੋਈ ਬਚਿਆ ਵਿੱਚ ਵਿਚਾਲੇ ਵਾਲਾ ਰਸਤਾ? ਵਿੱਚ ਵਿਚਾਲੇ ਵਾਲਾ ਕੋਈ ਰਸਤਾ ਨਹੀਂ ਹੈਗਾ। ਬਿਲਕੁਲ ਤੁਸੀਂ ਕਹਿ ਰਹੇ ਹੋ ਵਿੱਚ ਵਿਚਾਲੇ ਦਾ ਕੋਈ ਰਸਤਾ ਨਹੀਂ। ਥੈਂਕ ਯੂ ਵੈਰੀ ਮਚ ਬਲਦੇਵ ਜੀ, ਤੁਹਾਡੀ ਗੱਲ ਆ ਗਈ ਹੈ। ਪ੍ਰੋਫੈਸਰ ਭੰਡਾਰੀ, ਤੁਸੀਂ ਕਿਸਾਨ ਨੇਤਾ ਦੇ ਜਿਹੜੇ ਟਿਕਰੀ ਬਾਰਡਰ ਤੋਂ ਆਪਣੇ ਨਾਲ ਜੁੜੇ ਹੋਏ ਆ, ਬੋਲ ਰਹੇ ਆ, ਗੱਲ ਕਰ ਰਹੇ ਆ, ਉਹ ਕਹਿੰਦੇ ਕਿ ਜਿੱਦ ਛੱਡਣੀ ਚਾਹੀਦੀ ਹੈ ਕਿਉਂਕਿ ਸਾਰਾ ਕੁਝ ਕੇਂਦਰ ਦੇ ਪਾਲੇ 'ਚ ਜਿਹੜੀ ਇਸ ਵੇਲੇ ਗੇਮ ਹੈ। ਤਿੰਨੇ ਖੇਤੀ ਕਾਨੂੰਨ ਜਿਹੜੇ ਰੱਦ ਹੋਣੇ ਚਾਹੀਦੇ ਆ। ਲੰਬੇ ਸਮੇਂ ਤੋਂ ਤੁਹਾਡੀ ਅਰਦਾਸ ਨੂੰ ਤਾਂ ਉਹਨਾਂ ਨੇ ਵੀ ਜੀ ਆਖਿਆ ਔਰ ਉਹਨਾਂ ਨੇ ਕਿਹਾ ਕਿ ਅਰਦਾਸ ਨੂੰ ਸਿਰੇ ਚਾੜਨ ਲਈ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ। ਪ੍ਰੋਫੈਸਰ ਭੰਡਾਰੀ ਉਹ ਕਹਿ ਰਹੇ ਕਿ ਜਿੱਦ ਛੱਡਣੀ ਪਏਗੀ ਕੇਂਦਰ ਸਰਕਾਰ ਨੂੰ। ਦੇਖੋ ਬਲਦੇਵ ਜੀ ਦੇ ਵਿਊਜ਼ ਔਰ ਸੈਂਟੀਮੈਂਟਸ ਦੀ ਮੈਂ ਕਦਰ ਕਰਦਾ। ਦੇਖੋ ਉਹਨਾਂ ਦਾ ਆਪਣਾ ਵਿਊ ਪੁਆਇੰਟ ਆਪਣੇ ਲੈਵਲ ਤੇ ਠੀਕ ਹੈ, ਲੇਕਿਨ ਸਾਡੇ ਜਿਹੜੇ ਮਨ ਦੇ ਵਿੱਚ ਬੈਕ ਆਫ ਦਾ ਮਾਈਂਡ ਜਿਹੜਾ ਹੈ ਨਾ, ਉਹ ਸਾਰਾ ਮੁਲਕ ਹੈ, ਉਹਦੇ ਵਿੱਚ ਕਿਸਾਨ ਵੀ ਹੈ ਔਰ ਕਿਸਾਨਾਂ ਨਾਲ ਕਾਨੂੰਨ ਲੱਗੇ ਆ। ਸਰ ਕਿਸਾਨ ਪਹਿਲਾਂ ਤਾਂ ਹੀ ਮੈਂ ਜਦ ਅਰਦਾਸ ਕਰਦਾ ਕਿਸਾਨੇ ਦੀ ਗੱਲ ਕਰਦਾ ਸੀ। ਹੁਣ ਮੈਂ ਜਿੰਨੀ ਮਰਜ਼ੀ ਡਿਸਕਸ ਕਰ ਲਵਾਂ ਸਿੱਧੂ ਸਾਹਿਬ ਇੱਥੇ, ਹੁਣ ਕੱਲ ਅਸਲੀ ਅਕ੍ਰੋਸ ਦਾ ਟੇਬਲ ਬਹਿ ਕੇ ਡਿਸਕਸ਼ਨ ਹੋਣੀ, ਹੱਲ ਤਾਂ ਉਹਦਾ ਨਿਕਲਣਾ। ਆਪਾਂ ਡਿਸਕਸ ਕਰ ਸਕਦੇ, ਆਪਾਂ ਜਿੰਨਾ ਮਰਜ਼ੀ ਡਿਸਕਸ ਕਰ ਲਈਏ, ਬੜੀ ਵਾਰੀ ਡਿਸਕਸ ਕਰ ਲਿਆ। ਮੇਰੇ ਖਿਆਲ 25-30 ਪੈਨਲ ਡਿਸਕਸ਼ਨ 'ਚ ਮੈਂ ਇਸ ਦੌਰਾਨ ਗਿਆ ਹੋਊਗਾ। ਲੇਕਿਨ ਕੁੱਲ ਮਿਲਾ ਕੇ ਇਹ ਹੈ ਵੀ ਜਿੱਥੇ ਸਹਿਮਤੀ ਹੋ ਜਾਵੇ ਉਹੀ ਇੰਟਰਸਟ ਹੈ ਉਹਦੇ ਵਿੱਚ। ਕਿਸਾਨਾਂ ਨੂੰ ਵੀ ਥੋੜਾ ਬਹੁਤਾ, ਬਾਕੀ ਲੋਕਾਂ ਜਿੱਥੇ ਵੀ ਕੋਈ ਲੀਵਰੇਜ ਮਿਲਦੀ ਹੋਵੇ, ਮੇਰੇ ਖਿਆਲ ਆ ਓਪਨ ਮਾਈਂਡ ਹੋਣਾ ਚਾਹੀਦਾ, ਕਿਉਂਕਿ ਸਾਰਾ ਸਟੈਂਡ ਸਟਿਲ ਹੋਇਆ ਹੈ। ਇਹ ਕੋਈ ਚੰਗੀ ਗੱਲ ਨਹੀਂ। ਬਿਲਕੁਲ ਸਰ, ਤੁਸੀਂ ਬਿਲਕੁਲ ਜਿਹੜੀ ਵਾਜਬ ਗੱਲ ਕਹਿ ਰਹੇ ਹੋ ਕਿ ਡਾਇਲਾਗ ਜਿਹੜਾ ਹੋਣਾ ਚਾਹੀਦਾ ਹੈ, ਡੈਡਲੌਕ ਟੁੱਟਣਾ ਚਾਹੀਦਾ ਹੈ। ਪਰ ਜਗਤਾਰ ਸਿੰਘੇੜਾ ਉਹਨਾਂ ਨੇ ਆਪਣੇ ਕਮੈਂਟਸ ਜਿਹੜੀ ਗੱਲ ਕਹੀ ਸੀ ਕਿ ਜਿੱਦਾਂ ਉਹਨਾਂ ਨੇ ਜਾਨੀ ਸਾਹਿਬ ਦਾ ਜ਼ਿਕਰ ਕੀਤਾ, ਜਾਨੀ ਸਾਹਿਬ ਨੇ ਜਿੱਦਾਂ ਕਿਹਾ, ਤੁਸੀਂ ਵੀ ਸੁਣਿਆ ਕਿ ਵੀ ਉਹ ਕਹਿ ਰਿਹਾ ਕਿ ਵੀ ਮੇਰੀ ਵੀ ਅਰਦਾਸ ਹੈ, ਤੁਸੀਂ ਵੀ ਕਿਹਾ। ਜਗਤਾਰ ਸਿੰਘੇੜਾ ਜੀ ਦਾ ਕਹਿਣਾ ਵੀ ਇਹ ਗੱਲ ਤਾਂ ਠੀਕ ਹੈ, ਪਰ ਪਾਰਟੀ ਦੇ ਅੰਦਰ, ਭਾਜਪਾ ਦੇ ਅੰਦਰ ਕੁਝ ਲੋਕ ਇਹੋ ਜਿਹੇ ਵੀ ਹੈ ਜਿਹੜੇ ਕਰਤਣ ਵਾਲਾ ਮਾਹੌਲ ਪੈਦਾ ਕਰ ਰਹੇ ਹੈ। ਉਹਨਾਂ ਨੂੰ ਰੋਕਣ ਦੀ ਲੋੜ ਹੈ ਕਿ ਜਾਂ ਇਹ ਕੇਂਦਰ ਦੀ ਗਿਣੀ ਮਿੱਥੀ ਨੀਤੀ ਹੈ ਕਿ ਇੱਕ ਪਾਸੇ ਡਾਇਲਾਗ, ਦੂਜੇ ਪਾਸੇ ਉਹਨਾਂ ਦੇ ਖਿਲਾਫ ਬੋਲੋ। नहीं ऐसा कुछ नहीं है। अजय ना संघेड़ा साहब ਨੂੰ छेड़ नहीं दिया, क्योंकि जे मैं कोई टिप्पणी करती संघेड़ा साहब ने फिर कुछ ना कुछ गुस्से च कह जाना, तो मैं उन्होंने छेड़ता नहीं। इस कारण नहीं छेड़ रहा, माफ करना संघेड़ा साहब, मैं इस कारण नहीं छेड़ रहा। मैंने था कल दी मीटिंग की चिंता भाई ਉਹਦੇ ਚੋਂ ਸਾਰਥਕ ਨਿਕਲੇ। ਅਸੀਂ ਸੰਘੇੜਾ ਸਾਹਿਬ ਨਾਲ ਲੜਾਈ ਛੇੜ ਉੱਥੇ ਇਲੈਕਸ਼ਨ ਚ ਲੜ ਲਾਂਗੇ, ਉਹਨੂੰ ਫਿਲਹਾਲ देश लोगों के और किसानों के हित च रहा प्राइमरी है। मैं मेरी जित का सवाल नहीं, आपकी जित का सवाल, कांग्रेस की जित का सवाल नहीं, और ना ही SAD की जित का सवाल है। जित जी है लोगों की जित का सवाल है, देश की जित का सवाल है। सरकार भी लोगों की है और 4 साल बाद फिर असीं लोगों की पंचायत च जाना जी। यही गल है, बिल्कुल लोगों की गल सुनने की लोड़ है। जगतार ਸਿੰਘੇੜਾ जी जिस मुद्दे ते प्रोफेसर भंडारी ने कमेंट्स किए है, वो कहते मैं पोलीटिकल जी कि दूषणबाजी च पैना नहीं चाहता। मेरी तो चिंता इस गल च है कि मामला हल होना चाहिए है। वो इस गल ते जोर दे के कह रहे हैं कि भी असीं चाहुंदे हैं कि मामला निबड़े, क्योंकि कल नूं मुड़ के फिर भी लोकां 'ਚ जाना है जिन्हां लोकां दे मुद्दे ते अज गल की जा रही है। नहीं भंडारी साहब, इस तरह की कोई गल नहीं है। मैं कभी भी गुस्से च जां इस तरह थोड़ी शान के खिलाफ कोई गल नहीं कही। मेरे दाढ़ी मुछ PAG लुधियाना दे विच ही आई है। मैं तुसीं मैनूं नहीं जानदे होणे बहुता, आम आदमी पार्टी करके जानन लगे जां मंडी बोर्ड करके जानदे होवोगे। मैं तुहानूं बहुत देर तो जानदा हां। जे किसान बिल्लां दी गल ना आउंदी तां आई हैव ड्यू रिगार्ड फॉर यू। तुसीं बड़े सीजनड और ठंडे दिमाग वाले लीडर हो, मैं तुहाडा सत्कार करदा हां। अरे मुद्दा ही इस तरह दा आ गया जी, ਇਹ ਮੁੱਦਾ ਹੀ ਇਸ ਤਰ੍ਹਾਂ ਦਾ ਆ ਗਿਆ ਜੇ ਘਰ ਵਿੱਚ ਵੀ ਕਿਸੇ ਦੇ ਮੂੰਹੋਂ ਕੋਈ ਗੱਲ ਦੂਸਰੇ ਪਾਸੇ ਨਿਕਲ ਜਾਵੇ ਨਾ, ਕਿਉਂਕਿ ਤੁਸੀਂ, ਮੈਨੂੰ ਪਤਾ ਆ ਤੁਸੀਂ ਦਿਲੋਂ ਸਮਝਦੇ ਹੋ ਕਿ ਕਿਸਾਨ ਦੇ ਜਜ਼ਬਾਤ ਜਿਹੜੇ ਆ ਜ਼ਮੀਨ ਨਾਲ ਜਾਂ ਖੇਤੀ ਨਾਲ ਕਿੰਨੇ ਜੁੜੇ ਹੋਏ। ਆਪਣੀ ਖੇਤੀ ਪ੍ਰਧਾਨ ਸੂਬਾ ਆ,
ਸੋ ਗੱਲ ਤਾਂ ਇਹੀ ਹੈ ਨਾ ਕਿ ਬੀਜੇਪੀ ਵੱਲੋਂ ਪਿਕਚਰ ਜਿਹੜੀ ਆ ਹੋਰ ਦਿਖਾਈ ਜਾ ਰਹੀ ਹੈ, ਜਿਹੜੀ ਕਿ ਸਾਨੂੰ, ਮੈਂ ਤਾਂ ਕਹੂੰਗਾ ਕਿਉਂਕਿ ਮੈਂ ਇੱਥੇ ਐਜ਼ ਏ ਕਿਸਾਨ ਹੀ ਬੋਲਦਾ ਹੁੰਦਾ, ਆਮ ਆਦਮੀ ਪਾਰਟੀ ਦਾ ਬਾਅਦ ਦੀ ਗੱਲ ਹੈ, ਕਿ ਸਾਨੂੰ ਉਹ ਗੱਲ ਨਹੀਂ ਜਿਹੜੀ ਆ ਸਹੀ ਲੱਗਦੀ। ਕਿਉਂਕਿ ਮੈਂ ਐਗਰੀਕਲਚਰ ਮਾਰਕੀਟਿੰਗ ਪੜ੍ਹੀ ਹੋਈ ਆ, ਮੈਂ ਇਕਨੋਮਿਕਸ ਪੜ੍ਹੀ ਹੋਈ ਆ, 4 ਸਾਲ ਮੈਂ ਪ੍ਰੋਫੈਸਰ ਰਿਹਾ ਐਗਰੀਕਲਚਰ ਮਾਰਕੀਟਿੰਗ ਦੇ ਸਬਜੈਕਟ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਪੜ੍ਹਾਉਂਦਾ ਰਿਹਾ। ਸਾਡੇ ਹਿਸਾਬ ਨਾਲ ਇਹ ਜਗਤਾਰ ਜੀ ਵਿੱਚੋਂ ਟੋਕ ਰਿਹਾ, ਪ੍ਰੋਫੈਸਰ ਭੰਡਾਰੀ ਬਾਰੇ ਤੁਸੀਂ ਕਮੈਂਟ ਕਰ ਰਹੇ ਸੀ, ਉਹਨਾਂ ਦੀ ਵੀ ਕਮਰਸ ਦੀ ਬੈਕਗਰਾਉਂਡ ਹੈ, ਇਸ ਕਰਕੇ ਜਿਹੜਾ ਹੈਗਾ ਆਰਥਿਕ ਮਾਮਲਿਆਂ ਬਾਰੇ ਉਹ ਵੀ ਬਾਖੂਬੀ ਸਮਝ ਰੱਖਦੇ ਹੈ। ਮੈਨੂੰ ਪਤਾ ਹੈ ਸਿੱਧੂ ਸਾਹਿਬ, ਮੈਂ ਇਹਦੇ ਬਾਰੇ ਜਾਣਦਾ ਹਾਂ, ਬਿਲਕੁਲ ਚੰਗੀ ਤਰ੍ਹਾਂ ਮੈਂ ਜਾਣਦਾ ਹਾਂ, ਤਾਂ ਹੀ ਮੈਂ ਤੁਹਾਨੂੰ ਕਿਹਾ ਨਾ, ਮੈਂ ਇਹਨਾਂ ਦੀ ਲਿਆਕਤ ਦੀ ਪ੍ਰੋਫੈਸਰ ਰਹੇ ਨੇ, ਇਹਨਾਂ ਦਾ ਮੈਂ ਸਾਰਾ ਸਤਿਕਾਰ ਕਰਦਾ ਹਾਂ, ਪਰ ਫਿਰ ਵੀ ਐਗਰੀਕਲਚਰਲ ਇਕਨੋਮਿਕਸ ਤੋਂ ਅੱਗੇ ਵੀ ਐਗਰੀਕਲਚਰਲ ਮਾਰਕੀਟਿੰਗ ਜਿਹੜੀ ਹੈ ਉਹਦਾ ਬੇਸਿਕ ਇਕਨੋਮਿਕਸ ਨਾਲੋਂ ਤੇ ਕਮਰਸ ਨਾਲੋਂ ਥੋੜਾ ਜਿਹਾ ਫਰਕ ਹੈ ਸਿੱਧੂ ਸਾਹਿਬ। ਐਗਰੀਕਲਚਰਲ ਪ੍ਰਾਈਸ ਐਨਾਲਿਸਿਸ ਹੀ ਇੱਕ ਇਦਾਂ ਦਾ ਸਬਜੈਕਟ ਹੈ ਜਿਹਦੇ ਬਾਰੇ ਬਹੁਤ ਬੁੱਕਸ ਨੇ ਜੋ PhD ਚੋਂ ਪੜ੍ਹਾਈਆਂ ਜਾਂਦੀਆਂ ਆ। ਸੋ ਮਤਲਬ ਇਹ PhD ਦੇ ਵਿੱਚ ਜਿਹੜੀਆਂ ਅਸੀਂ ਬੁੱਕਸ ਪੜ੍ਹੀਆਂ ਉਹਦੇ ਵਿੱਚ ਲਿਖਿਆ ਹੋਇਆ ਕਿ ਕਿਸਾਨ ਦੁਨੀਆ 'ਚ ਕਿਤੇ ਵੀ ਬੈਠਾ ਹੋਵੇ ਉਹ ਆਪਣੀ ਜਿਣਸ ਦੀ ਕੀਮਤ ਆਪ ਨਹੀਂ ਮਿੱਥ ਸਕਦਾ, ਔਰ ਪ੍ਰੈਕਟੀਕਲੀ ਵੀ ਇਹ ਸਹੀ ਆ। ਕਿਸਾਨ ਨੂੰ ਪੁੱਛੋ ਕਿੱਥੇ ਚੱਲਿਆ, ਮੰਡੀ 'ਚ ਕਣਕ ਸਿੱਟਣ ਚੱਲਿਆ, ਜੇ MSP ਨਾ ਹੋਵੇ, ਹੁਣ ਵੀ ਤਾਂ ਰੌਲਾ ਇਹੀ ਆ ਨਾ, ਜੇ MSP ਬੰਦ ਹੋ ਗਈ ਕੀਮਤਾਂ ਕ੍ਰੈਸ਼ ਕਰ ਦੇਣਗੀਆਂ। ਜਗਤਾਰ ਜੀ ਮੇਰੀ ਗੱਲ ਸੁਣਿਓ, ਮੇਰਾ ਸਵਾਲ ਸੁਣਿਓ। ਤੁਸੀਂ ਕਹਿ ਰਹੇ ਹੋ ਕਿ ਕਿਸਾਨ ਆਪਣੀ ਕੀਮਤ ਨਹੀਂ ਮਿਲ ਸਕਦਾ, ਪ੍ਰਧਾਨ ਮੰਤਰੀ ਲਗਾਤਾਰ ਜਿਹੜੇ ਨੈਸ਼ਨਲ ਪਲੇਟਫਾਰਮ ਹੈ ਮੀਡੀਆ ਦੇ ਉੱਥੇ ਕਹਿ ਰਿਹਾ ਕਿ ਜਿਹੜੇ ਨਵੇਂ ਕਾਨੂੰਨ ਬਣਾਏ ਗਏ ਆ ਉਹਦੇ ਨਾਲ ਕਿਸਾਨ ਨੂੰ ਪੂਰੀ ਆਜ਼ਾਦੀ ਹੈ, ਆਪਣੀ ਮਰਜ਼ੀ ਦਾ ਭਾਅ ਲੈ ਸਕਦਾ ਕਿਸਾਨ। ਸਿੱਧੂ ਸਾਹਿਬ ਇਹੀ ਦੁੱਖ ਦੀ ਗੱਲ ਹੈ ਨਾ ਕਿ ਕਿਸਾਨ ਭਾਅ ਨਹੀਂ ਲੈ ਸਕਦਾ, ਸਾਨੂੰ ਪਤਾ ਆ। ਇਸੇ ਕਰਕੇ ਸਾਰਾ ਕਿਸਾਨ ਭਾਈਚਾਰਾ, ਸਾਰੀਆਂ ਕਿਸਾਨ ਜਥੇਬੰਦੀਆਂ, ਮੈਂ ਤਾਂ ਕਹਿੰਦਾ ਇਕੋਨੋਮਿਸਟਾਂ ਨੂੰ ਪਿੱਛੇ ਛੱਡ ਗਏ ਨੇ ਕਿਸਾਨ ਆਗੂ, ਤੇ ਹਰ ਇੱਕ ਕਿਸਾਨ, ਬਲਦੇਵ ਸਿੰਘ ਜੀ ਸਾਡੇ ਕੋਲ, ਭਾਈ ਰੂਪਾ ਜੀ ਬੈਠੇ ਨੇ, ਬਾਕੀ ਸਾਰੇ ਕਿਸਾਨ ਆਗੂਆਂ ਨੂੰ ਮੈਂ ਨਿੱਜੀ ਤੌਰ ਤੇ ਤਕਰੀਬਨ ਸਾਰਿਆਂ ਨੂੰ ਜਾਣਦਾ, ਡਾਕਟਰ ਸਤਨਾਮ ਸਿੰਘ ਉਹਨਾਂ ਤੋਂ ਲੈ ਕੇ ਹਰਮੀਤ ਕਾਦੀਆਂ ਤੱਕ, ਈਵਨ ਕੁਲਵੰਤ ਸੰਧੂ ਉਹਨਾਂ ਨੂੰ ਵੀ, ਮਤਲਬ ਜਿੰਨੀਆਂ ਇਹਨਾਂ ਨੇ ਇਕਨੋਮਿਕਲੀ ਸਹੀ ਗੱਲਾਂ ਕੀਤੀਆਂ ਆ, ਮਤਲਬ ਮਨ ਬਾਗੋ ਬਾਗ ਹੋ ਗਿਆ ਉਸ ਹਿਸਾਬ ਨਾਲ। ਤਾਂ ਸੋ ਕੀਮਤ ਜਿਹੜੀ ਹੈ ਕਿਸਾਨ ਦੇ ਹੱਥ 'ਚ, ਉਹ ਵੇਰੀਅਸ ਫੈਕਟਰਸ ਆ, ਇਹਨਾਂ ਆਪਣੇ ਕੋਲ ਟਾਈਮ ਨਹੀਂ ਹੈ, ਕਿਉਂ ਨਹੀਂ ਮਿਲ ਸਕਦਾ। ਇਸੇ ਕਰਕੇ ਦੁਨੀਆ ਭਰ ਦੇ ਵਿੱਚ ਕਿਸਾਨਾਂ ਨੂੰ ਸਬਸਿਡੀ ਤੇ ਦੁਨੀਆ ਭਰ ਦੇ ਵਿੱਚ ਜਿਹੜੀ ਆ ਸਰਕਾਰਾਂ ਕਿਸਾਨਾਂ ਦੀ ਮਦਦ ਕਰਦੀਆਂ ਆ, ਔਰ ਉਹ ਕੇਂਦਰ ਸਰਕਾਰ ਵੀ ਕਹਿ ਰਹੀ ਆ ਕਿ ਅਸੀਂ ਨਹੀਂ ਪਿੱਛੇ ਹਟ ਰਹੇ, ਅਸੀਂ ਨਹੀਂ MSP ਬੰਦ ਕਰ ਰਹੇ, ਅਸੀਂ MSP ਮਿੱਥਾਂਗੇ, ਕਿਸਾਨਾਂ ਦੀ ਮਦਦ ਕਰਾਂਗੇ। ਪਰ ਜਿਹੜਾ ਇਹ ਰਸਤਾ ਜਾ ਰਿਹਾ ਨਾ, 2 ਰਿਪੋਰਟਾਂ ਸੀਗੀਆਂ ਸਰਕਾਰ ਦੇ ਪਾਲੇ ਦੇ ਵਿੱਚ, ਇੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਇੱਕ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ। ਇਹ ਜਿਹੜੀ ਹੈ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਲਾਗੂ ਹੋ ਰਹੀ ਹੈ, ਜਿਹਦੇ ਚ MSP ਜਾਣੀ ਆ। ਸੋ ਇੱਥੋਂ ਗੱਲਾਂ ਸ਼ੁਰੂ ਹੋਈਆਂ, ਇੱਕ ਪੁਆਇੰਟ ਹੋਰ, ਜਿਹੜੇ ਕਿਸਾਨ ਕਿਉਂ ਨਹੀਂ ਮੰਨਣਾ ਚਾਹੁੰਦੇ, ਜਿਹੜੇ ਕਿ ਅਸੀਂ ਵੀ ਸਹਿਮਤ ਹਾਂ, ਮਜਬੂਰੀ ਹੈ, ਇਹ ਕੇਂਦਰ ਦੀ ਮਜਬੂਰੀ ਹੈ, ਬ੍ਰੇਕ ਲੈਣੀ ਪੈਣੀ ਹੈ। ਮੈਂ ਬ੍ਰੇਕ ਤੋਂ ਬਾਅਦ ਆ ਰਿਹਾ ਤੁਹਾਡੇ ਵੱਲ। ਖੇਤੀਬਾੜੀ ਵਿਸ਼ਾ ਸਟੇਟ ਦਾ ਵਿਸ਼ਾ ਹੈ। ਓਕੇ ਜੀ, ਇਸ ਮੁੱਦੇ ਤੇ ਆਪਾਂ ਬਾਅਦ ਚ ਇਸੇ ਮੁੱਦੇ ਤੇ ਵਾਪਸ ਆਉਨੇ ਆ, ਮਿਹਰਬਾਨੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਵਾਪਸ। ਕੱਲ ਦੀ ਮੀਟਿੰਗ ਬਹੁਤ ਅਹਿਮ ਹੈ, ਕੱਲੇ ਦਿੱਲੀ ਦੇ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨ ਲੜਾਈ ਲੜ ਰਹੇ ਉਹਨਾਂ ਲਈ ਨਹੀਂ, ਦੁਨੀਆ ਭਰ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਲੋਕ ਹੈ, ਹਮਦਰਦੀ ਰੱਖਦੇ ਹੈ, ਪੰਜਾਬ ਦੇ ਹਿਤੈਸ਼ੀ ਹੈ, ਦੇਸ਼ ਦੇ ਹਿਤੈਸ਼ੀ ਹੈ, ਉਹਨਾਂ ਸਭ ਦੀਆਂ ਨਜ਼ਰਾਂ ਕੱਲ ਦੀ ਮੀਟਿੰਗ ਦੇ ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ, ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਬਲਦੇਵ ਜੀ, ਆਪਾਂ ਜਦੋਂ ਕੱਲ ਦੇ ਮੁੱਦੇ ਤੇ ਚਰਚਾ ਕਰ ਰਹੇ ਹਾਂ, ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਲਗਾਤਾਰ ਹਮਾਇਤ ਮਿਲ ਰਹੀ ਹੈ, ਵੱਖ-ਵੱਖ ਵਰਗਾਂ ਵੱਲੋਂ ਜਿਹੜੀ ਹੈਗੀ ਹਮਾਇਤ ਮਿਲ ਰਹੀ ਹੈ ਇਸ ਅੰਦੋਲਨ ਨੂੰ, ਤੁਸੀਂ ਟਿੱਕਰੀ ਬਾਰਡਰ ਤੇ ਜੁੜੇ ਹੋਏ, ਆਪਾਂ ਮੁੱਦੇ ਦੀ ਗੱਲ ਵੀ ਜ਼ਰੂਰ ਕਰਾਂਗੇ, ਪਰ ਮੈਂ ਦਰਸ਼ਕਾਂ ਲਈ ਇਹ ਜਾਣਨਾ ਚਾਹਾਂਗਾ ਕਿ ਕਿਹੋ ਜਿਹਾ ਮਾਹੌਲ ਹੈ, ਕਿੰਨੀ ਕੁ ਵੱਡੀ ਹਮਾਇਤ ਹੈ, ਕਿਉਂਕਿ ਉਸੇ ਹਮਾਇਤ ਦੇ ਵਿੱਚੋਂ ਹੀ ਕੱਲ ਦੀ ਮੀਟਿੰਗ ਦੇ ਸਿੱਟੇ ਵੀ ਸਾਨੂੰ ਨਜ਼ਰ ਆਉਂਦੇ ਆ। ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਹਮਾਇਤ ਦੀ ਗੱਲ ਆ ਜੀ, ਹਮਾਇਤ ਤਾਂ ਜਿਹੜੀ ਹੈਗੀ ਆ, ਸਾਨੂੰ ਤਾਂ ਐਂ ਲੱਗਦਾ ਵੀ ਇਕੱਲੇ ਭਾਜਪਾ ਨੂੰ ਛੱਡ ਕੇ, ਭਾਜਪਾ ਦੇ ਆਗੂਆਂ ਨੂੰ ਜਾਂ ਭਾਜਪਾ ਦੇ ਵੋਟਰਾਂ ਨੂੰ ਛੱਡ ਕੇ ਪੂਰੀ ਦੁਨੀਆ ਦੀ ਹਮਾਇਤ ਆ ਜੀ ਇਸ ਅੰਦੋਲਨ ਨੂੰ। ਇੱਥੇ ਸਾਰੀਆਂ ਕਰਨਾਟਕਾ ਚੋਂ ਅੱਜ ਆਏ ਨੇ ਸਾਥੀ, ਟਰੱਕ ਭਰ ਕੇ ਅਨਾਨਾਸ ਦੇ ਲੈ ਕੇ ਆਏ ਨੇ। ਕੱਲ ਟਰੱਕ ਭਰ ਕੇ ਦੂਸਰੀ ਸਟੇਟ ਦੇ ਵਿੱਚੋਂ ਜਿਹੜੇ ਉਹ ਚਹਾਰੇ ਹੁੰਦੇ ਆ, ਗਰਮ ਠੰਡ ਬਹੁਤ ਪੈ ਰਹੀ ਆ, ਉਹ ਆ ਗਏ ਜੀ। ਜੰਮੂ ਕਸ਼ਮੀਰ ਦੇ ਜਿਹੜੇ ਉੱਥੋਂ ਚੱਲ ਕੇ ਇੱਥੇ ਸੇਬ ਵਗੈਰਾ ਆ ਗਏ।
ਉਹਨਾਂ ਨੂੰ ਟ੍ਰੇਨਾਂ ਚੋਂ ਵਿੱਚੋਂ ਤਾਰਤਾ, ਉਹਨਾਂ ਨੂੰ ਆਉਣ ਨਹੀਂ ਦਿੱਤਾ ਇੱਧਰ ਨੂੰ। ਇਸੇ ਕਰਕੇ ਇੱਧਰ ਉੱਤਰਾਖੰਡ ਵੱਲ, ਯੂਪੀ ਵੱਲ ਕਿੱਡੀਆਂ ਕਿੱਡੀਆਂ ਜਿਵੇਂ ਸਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਸੀ, ਉਹਨਾਂ ਨੂੰ ਕੀਤੀਆਂ ਗਈਆਂ। ਇਸੇ ਤਰ੍ਹਾਂ ਦੀ ਜਿਹੜੀ ਕੱਲ ਦੀ ਮੀਟਿੰਗ ਆ ਜੀ, ਦੇਖੋ ਪ੍ਰੋਫੈਸਰ ਸਾਹਿਬ ਨੇ ਵਧੀਆ ਜਿਹੜੀਆਂ ਗੱਲਾਂ ਕੀਤੀਆਂ, ਅਰਦਾਸ ਕੀਤੀ ਆ, ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਪਰ ਹੁਣ ਇਹ ਕੰਧ ਤੇ ਲਿਖਿਆ ਵਾ, ਸੈਂਟਰ ਸਰਕਾਰ ਪੜ੍ਹ ਲੇ ਕਿ 45 ਦੇ ਨੇੜ ਤੇੜ ਜਿਹੜੇ ਸਾਡੇ ਕਿਸਾਨ ਸੀਗੇ, ਮਜ਼ਦੂਰ ਸੀਗੇ, ਉਹ ਕੇਂਦਰ ਸਰਕਾਰ ਕਰਕੇ ਇਸ ਮੋਰਚੇ ਦੇ ਸ਼ਹੀਦ ਹੋ ਗਏ। ਅੱਜ ਹੀ ਮੈਂ ਤੁਹਾਨੂੰ ਬੜੀ ਦੁਖਦਾਈ ਖਬਰ ਹੁਣੇ ਮੇਰੇ ਕੋਲੇ ਆਈ ਆ ਕਿ ਪਿਆਰਾ ਸਿੰਘ ਧਰਮਪੁਰਾ ਬਲਾਡਾ ਬਲਾਕ ਮਾਨਸਾ ਦਾ ਸਾਡਾ ਇੱਕ ਹੋਰ ਕਿਸਾਨ ਆਗੂ ਆ ਜਿਹੜਾ ਉਹ ਸਾਡੇ ਕਾਫਲੇ ਦੇ ਵਿੱਚੋਂ ਵਿਛੜ ਗਿਆ। ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਹੋਰ ਕਿੰਨਾ ਕੁ ਜਿਹੜਾ ਹੈਗੀ ਆ ਸਾਡੀਆਂ ਸ਼ਹੀਦੀਆਂ ਦੀ ਲੋੜ ਆ ਸੈਂਟਰ ਸਰਕਾਰ ਨੂੰ, ਹੋਰ ਕਿੰਨਾ ਕੁ ਸਾਨੂੰ ਪਰਖਣਾ, ਹੋਰ ਕਿੰਨਾ ਕੁ ਸਾਨੂੰ ਦੇਖਣਾ। ਇਹ ਹੁਣ ਸਮਾਂ ਇਹ ਆ ਗਿਆ ਕਿ ਸੈਂਟਰ ਸਰਕਾਰ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਜਿੱਦ ਜਿਹੜੀ ਇਹਨਾਂ ਨੂੰ ਤਾਂ ਐ ਲੱਗੀ ਜਾਂਦਾ ਵੀ ਸਾਡੀ ਮੁੱਛ ਦਾ ਸਵਾਲ ਆ ਜੀ, ਇੱਧਰ ਪੇਟ ਦਾ ਸਵਾਲ ਆ, ਢਿੱਡ ਦਾ ਸਵਾਲ ਆ, ਲੋਕਾਂ ਦੇ ਜਿਹੜੀ ਹੈਗੀ ਆ ਜ਼ਿੰਦਗੀ ਦਾ ਸਵਾਲ ਆ। ਇਹ ਜਿਹੜੀਆਂ ਸਰਕਾਰਾਂ ਨੇ। ਬਲਦੇਵ ਜੀ, ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਕਹਿ ਰਹੇ ਕਿ ਸਾਡੇ ਪੇਟ ਦਾ ਸਵਾਲ ਹੈ, ਢਿੱਡ ਦਾ ਸਵਾਲ ਹੈ, 45 ਤੋਂ ਵਧੇਰੇ ਕਿਸਾਨ ਖੇਤ ਮਜ਼ਦੂਰ ਜਿਹੜੀਆਂ ਕੁਰਬਾਨੀਆਂ ਦੇ ਚੁੱਕੇ ਹੈ, ਪਰ ਲਗਾਤਾਰ ਇਹ ਵੀ ਕਿਧਰੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਰਾਜਸੀ ਧਿਰਾਂ ਵੱਲੋਂ ਗੁੰਮਰਾਹ ਹੋਇਆ ਵਾ। ਅੰਦੋਲਨ ਜਿਹੜੀ ਰਾਜਸੀ ਧਿਰਾਂ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ। ਬਲਦੇਵ ਜੀ, ਮੈਂ ਦਰਸ਼ਕਾਂ ਲਈ ਜਾਣਨਾ ਚਾਹੁੰਦਾ, ਇਮਾਨਦਾਰੀ ਦੇ ਨਾਲ ਤੁਸੀਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਅਹੁਦੇਦਾਰ ਹੋ, ਸ਼ਾਇਦ ਜ਼ਿਲ੍ਹਾ ਪ੍ਰਧਾਨ ਹੋ, ਤੁਸੀਂ ਅਰਦਾਸ ਦੀ ਗੱਲ ਕੀਤੀ, ਇਮਾਨਦਾਰੀ ਨਾਲ ਦੱਸੋ ਤੁਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਹੋ ਜਾਂ ਇਹ ਕਿਸਾਨ ਅੰਦੋਲਨ ਜਿਹੜੇ ਲੋਕ ਲੜ ਰਹੇ ਹੈ ਇਹ ਕੈਪਟਨ ਅਮਰਿੰਦਰ ਦੇ ਚੁੱਕੇ ਵੀ ਆਏ ਹੋਏ ਹੈ, ਕੇਜਰੀਵਾਲ ਦੇ ਚੁੱਕੇ ਵੀ ਆਏ ਹੋਏ ਹੈ, ਸੁਖਬੀਰ ਬਾਦਲ ਦੇ ਚੁੱਕੇ ਵੀ ਆਏ ਹੈ, ਕਿਉਂਕਿ ਅੰਦੋਲਨ ਦੇ ਵਿੱਚ ਕਿਧਰੇ ਇਮਾਨਦਾਰੀ ਵੀ ਪਰਖੀ ਜਾ ਰਹੀ ਹੈ। ਮੈਂ ਦਰਸ਼ਕਾਂ ਲਈ ਤੁਹਾਡੇ ਤੋਂ ਇਮਾਨਦਾਰੀ ਨਾਲ ਜਵਾਬ ਚਾਹੁੰਦਾ ਕਿ ਤੁਹਾਡੇ ਅੰਦੋਲਨ ਦੇ ਪਿੱਛੇ ਪੋਲੀਟੀਕਲ ਤਾਕਤਾਂ, ਬਲਦੇਵ ਜੀ, ਬਹੁਤ ਵੱਡਾ ਸਵਾਲ ਹੈ ਇਹ। ਦੇਖੋ ਜੀ, ਅਸੀਂ ਇਹ ਬੜੇ ਦਾਅਵੇ ਨਾਲ ਕਹਿ ਸਕਦੇ ਹਾਂ, ਅਸੀਂ ਕਿਸੇ ਵੀ ਪਾਰਟੀ ਦਾ ਦੁਮ ਛੱਲਾ ਨਹੀਂ ਹੈਗੇ ਜੀ। ਅਸੀਂ ਇਸ ਗੱਲ ਨੂੰ ਜੇ ਸਾਨੂੰ ਕੋਈ ਸਾਬਤ ਕਰ ਦੇ ਕਿ ਇਹ ਕਾਂਗਰਸ ਵਾਲਿਆਂ ਨਾਲ, ਅਕਾਲੀਆਂ ਨਾਲ ਜਾਂ ਕੇਜਰੀਵਾਲ ਨਾਲ ਹੋਣ, ਇਹ ਸਾਬਤ ਕਰ ਦੇਣ ਸਾਡੀਆਂ ਜਥੇਬੰਦੀਆਂ ਨੂੰ, ਸਾਨੂੰ BKG ਡਕੌਂਦਾ ਨੂੰ, ਹੋਰ ਜਥੇਬੰਦੀਆਂ ਨੂੰ ਬਿਲਕੁਲ ਨਹੀਂ ਹੈਗਾ ਜੀ। ਇੱਕ ਵੀ ਕੋਈ ਇਹਨਾਂ ਕੋਲੇ ਕੋਈ ਸਬੂਤ ਇਹੋ ਜਿਹਾ ਹੋਵੇ, ਅਸੀਂ ਦੇਣਦਾਰ ਹਾਂ। ਇਹ ਸਾਨੂੰ ਬਦਨਾਮ ਕਰਨ ਵਾਸਤੇ, ਸਾਨੂੰ ਜਥੇਬੰਦੀਆਂ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਜੀ ਵੀ ਇਹਨਾਂ ਨੂੰ ਤਾਂ ਇਹਦਾ ਪਾਕਿਸਤਾਨ ਦੀ ਹਮਾਇਤ ਆ, ਇਹਦਾ ਪਾਕਿਸਤਾਨ ਚੋਂ ਇਹਨਾਂ ਨੂੰ ਪੈਸੇ ਆ ਰਹੇ ਆ, ਇਹ ਖਾਲਿਸਤਾਨੀ ਆ, ਇਹ ਅਰਬਨ ਸਟੇਟ ਨਕਸਲੀ ਆ। ਭੰਡਾਰੀ ਸਾਹਿਬ ਜੀ, ਇਹ ਤੁਹਾਡੇ ਲੀਡਰਾਂ ਨੇ ਸਾਡੀ ਇਸ ਡਿਬੇਟ ਦੇ ਵਿੱਚ ਬੈਠ ਕੇ ਕਿਹਾ, ਅਖਬਾਰਾਂ ਦੇ ਵਿੱਚ ਬਿਆਨ ਲੱਗੇ ਹੋਏ ਨੇ, ਇਹ ਸਾਨੂੰ ਤਹਾਵਤਾ ਸੀ। ਅਸੀਂ ਕਹਿੰਦੇ ਆ ਵੀ ਜੇ ਤੁਹਾਨੂੰ ਅੰਨ ਦਾ ਤਾਂ ਖਾਲਿਸਤਾਨੀ ਲੱਗਦਾ, ਕੋਈ ਹੋਰ ਲੱਗਦਾ ਤਾਂ ਠੱਪਾ ਭਾਵੇਂ ਉਹ ਲਾ ਦਿਓ, ਪਰ ਜਿਹੜੇ ਹੈਗੇ ਜਿਹੜੇ ਲੋਕਾਂ ਵਾਸਤੇ ਸੋਚ ਕੇ, ਕਿਸਾਨਾਂ ਵਾਸਤੇ ਸੋਚ ਕੇ ਇਹਨੂੰ ਰੱਦ ਕਰਨਾ ਚਾਹੀਦਾ। ਓਕੇ ਬਲਦੇਵ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਧੰਨਵਾਦ। ਪ੍ਰੋਫੈਸਰ ਭੰਡਾਰੀ ਤੋਂ ਮੈਂ ਜਵਾਬ ਲੈਣਾ ਚਾਹਾਂਗਾ। ਪ੍ਰੋਫੈਸਰ ਭੰਡਾਰੀ, ਬਹੁਤ ਹੀ ਨਾਜ਼ੁਕ ਮਾਮਲਾ ਹੈ। ਇੱਕ ਤਾਂ ਇਹ ਕਿ ਵੀ ਇਸ ਮਾਮਲੇ ਨੂੰ ਫਸੇ ਅੰਨਦਾਤਾ ਕਹਿ ਰਹੇ ਕਿ ਅਸੀਂ ਆਪਣੇ ਪੇਟ ਦੀ ਖਾਤਰ ਲੜਾਈ ਲੜ ਰਹੇ ਹਾਂ। ਪ੍ਰੋਫੈਸਰ ਭੰਡਾਰੀ, ਇਸ ਲੜਾਈ ਨੂੰ ਬਾਰ-ਬਾਰ ਰਾਜਸੀ ਪਾਸੇ ਵੱਲ ਨੂੰ ਕਿਉਂ ਧੱਕਿਆ ਜਾ ਰਿਹਾ ਹੈ? ਪੰਜਾਬ ਦੇ ਵਿੱਚ ਭਾਜਪਾ ਦੀ ਕੈਪਟਨ ਅਮਰਿੰਦਰ ਨਾਲ ਲੜਾਈ ਹੋ ਸਕਦੀ ਹੈ, ਅਮਰਿੰਦਰ ਦੀ ਆਮ ਆਦਮੀ ਨਾਲ ਲੜਾਈ ਹੋ ਸਕਦੀ ਹੈ। ਪ੍ਰਧਾਨ ਮੰਤਰੀ ਤਾਂ ਇਹ ਕਹਿ ਰਿਹਾ ਕਿ ਕਿਸਾਨ ਦੇ ਮੋਢੇ ਤੇ ਬੰਦੂਕ ਰੱਖ ਕੇ ਵਿਰੋਧੀ ਧਿਰਾਂ ਚਲਾ ਰਹੀਆਂ। ਸਾਨੂੰ ਇਹ ਲੱਗ ਰਿਹਾ ਹੈ ਕਿ ਸਾਰੀਆਂ ਹੀ ਧਿਰਾਂ ਕਿਸਾਨ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਹੀਆਂ। ਅੰਦੋਲਨ ਕਿਸਾਨ ਦਾ ਹੈ ਤਾਂ ਉਹਨੂੰ ਜ਼ਬਰਦਸਤੀ ਕਿਉਂ ਪੋਲੀਟੀਕਲ ਸਿਸਟਮ ਵੱਲ ਧੱਕਿਆ ਜਾ ਰਿਹਾ? ਪ੍ਰੋਫੈਸਰ ਭੰਡਾਰੀ, ਬਹੁਤ ਹੀ ਅਹਿਮ ਸਵਾਲ ਹੈ, ਜੋ ਤੁਹਾਡਾ ਰੁਤਬਾ ਹੈ, ਮੈਂ ਜਵਾਬ ਚਾਹਾਂਗਾ ਇਸ ਮੁੱਦੇ ਤੇ ਤੁਹਾਡੇ ਤੋਂ। ਬਿਲਕੁਲ, ਮੋਸਟ ਵੈਲਕਮ। ਮੈਂ ਉਸ ਢੰਗ ਨਾਲ ਇਹਨੂੰ ਰੱਖਣਾ ਚਾਹੂੰਗਾ। ਬਲਦੇਵ ਜੀ, ਫਰਕ ਇੰਨਾ ਹੈ ਕਿ ਕਈ ਮੌਕਿਆਂ ਤੇ ਇਸੇ ਪੈਨਲ ਡਿਸਕਸ਼ਨਸ ਤੇ ਅਸੀਂ ਜਦ ਲੜਦੇ ਹਾਂ ਨਾ ਆਪਸ ਦੇ ਵਿੱਚ ਚਾਰੇ ਪਾਰਟੀਆਂ, ਤੇ ਉਹ ਇਹ ਵਿਸ਼ੇ ਜ਼ਰੂਰ ਆਉਂਦਾ। ਮੈਂ ਵੀ ਕਹਿੰਦਾ ਹੁੰਦਾ ਵੀ ਤੁਸੀਂ ਜਿਹੜਾ ਹੈ ਨਾ ਇਹ ਅੰਦੋਲਨ ਦੇ ਵਿੱਚ ਪੈਟਰੋਲ ਪਾ ਰਹੇ ਹੋ,
ਉਹਨਾਂ ਨੂੰ ਕਹਿ ਰਹੇ ਹਾਂ, ਤੁਹਾਨੂੰ ਨਹੀਂ ਕਹਿ ਰਹੇ। ਔਰ ਬਾਰ-ਬਾਰ ਕਹਿ ਰਹੇ ਹਾਂ ਕਿ ਤੁਸੀਂ ਇਮੋਸ਼ਨਲ ਇਸ਼ੂ ਜਾਣ ਕੇ ਚੱਕਦੇ ਹੋ। ਤੁਸੀਂ ਜਿਹੜਾ ਕਿਸਾਨ ਲੀਡਰ ਇੱਥੇ ਆਉਂਦੇ ਨੇ ਉਹ ਬੜੀ ਹਲੀਮੀ ਨਾਲ ਗੱਲ ਕਰਦੇ ਆ। ਜਦ ਤੁਸੀਂ ਗੱਲ ਕਰਦੇ ਹੋ ਤੁਸੀਂ ਉਲਟੀ ਗੱਲ ਕਰਦੇ ਹੋ, ਪਰਲੇ ਕਿਨਾਰੇ ਤੋਂ ਸ਼ੁਰੂ ਹੁੰਦੇ ਹੋ, ਫਾਇਰਿੰਗ ਕਰਦੇ ਹੋ, ਇਨਸਾਈਟ ਕਰਦੇ ਹੋ। ਜਿਹੜੀ ਗੱਲ ਤੁਸੀਂ ਕਹੀ ਨਾ ਖਾਲਿਸਤਾਨੀਆਂ ਵਾਲੀ, ਮੈਨੂੰ ਤੁਸੀਂ ਜੇ ਕਹਿੰਦੇ ਹੋ ਤੁਸੀਂ ਸੁਣਿਆ ਤੇ ਮੈਂ ਉਹਨੂੰ ਕੋਈ ਕਹਿੰਦਾ ਨਹੀਂ, ਲੇਕਿਨ ਇੰਨੀ ਕੁ ਗੱਲ ਤਾਂ ਮੈਂ ਉਹਨਾਂ ਦਾ ਆਪਣੇ ਬਲਦੇਵ ਸਿੰਘ ਰਾਜੇਵਾਲ ਜੀ ਦਾ ਵੀ ਇੱਕ ਐਡਰੈਸ ਕਿਸਾਨਾਂ 'ਚ ਸੁਣਿਆ। ਉਹਨਾਂ ਨੇ ਕਿਹਾ ਸੀ ਵੀ ਜੇ ਸਾਡੇ ਐਜੀਟੇਸ਼ਨ ਨੂੰ ਧਾਰਮਿਕ ਹਲ ਕਿਤੇ ਲਿਜਾਣਾ ਚਾਹੁੰਦੇ ਲੋਕ, ਉਹ ਆਪਣਾ ਕੰਮ ਆਪ ਕਰਨ, ਇੱਥੇ ਨਾ ਉਹ ਕਰਨ, ਇਹ ਧਾਰਮਿਕ ਐਜੀਟੇਸ਼ਨ ਨਹੀਂ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਖਾਲਿਸ ਲੋਕ ਆ ਕੇ ਇੱਥੇ ਨਾਰੇ ਲਾਉਂਦੇ ਆ, ਉਹਨਾਂ ਭਰਾਵਾਂ ਨੂੰ ਵੀ ਰਿਕੁਐਸਟ ਹੈ ਕਿ ਤੁਸੀਂ ਐਜੀਟੇਸ਼ਨ ਤੋਂ ਬਾਹਰ ਜਾ ਕੇ ਗੱਲ ਕਰੋ, ਜਾਂ ਕੋਈ ਆਪਣੇ ਕੋਈ ਮੁੱਦੇ ਇੱਥੇ ਸੈੱਟ ਕਰਨ ਆਉਂਦਾ। ਇਹ ਨਿਓਰ ਕਿਹਾ ਉਹਨਾਂ ਨੇ ਕਿ ਬਿਲਕੁਲ ਕਿਸਾਨੀ ਅੰਦੋਲਨ ਹੈ, ਇਹ 'ਚ ਕਿਸੇ ਤਰ੍ਹਾਂ ਦਾ ਵੀ ਪੋਲੀਟੀਕਲ ਕੰਮ ਨਾ ਕਰੇ, ਨਾ ਕੋਈ ਆ ਕੇ ਜ਼ਬਰਦਸਤੀ ਕਰੇ ਜੀ ਸਾਨੂੰ ਸਟੇਜ ਤੋਂ ਬੁਲਾਓ। ਉੱਥੇ ਤੱਕ ਹੈ। ਕਿਸਾਨ ਏਦਾਂ ਕਰ ਰਹੇ, ਅਸੀਂ ਕਦੀ ਨਹੀਂ ਕਿਹਾ। ਅਸੀਂ ਕਿਹਾ ਕਿ ਇਹ ਫਲਾਨੀ ਪਾਰਟੀ ਜਿਹੜੀ ਹੈ ਇਹ ਜਾਣ ਕੇ ਪੈਟਰੋਲ ਪਾਉਂਦੀ ਹੈ, ਇਹ ਮਾਹੌਲ ਖਰਾਬ ਕਰਦੀ ਹੈ। ਔਰ ਕਿਸਾਨ ਵੀਰਾਂ ਨੇ ਕਿਹਾ, ਮੈਂ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ, ਇੱਥੇ ਚੈਨਲ ਤੇ ਇੱਕ ਕਿਸਾਨ ਦੀ ਜਿਹਨੇ ਗੱਲ ਕਹੀ ਹੈ ਕਿ ਅਸੀਂ ਸਭ ਸਮਝਦੇ ਹਾਂ ਜੀ ਇਹ 2022 ਦੇ ਇਲੈਕਸ਼ਨ ਕਾਰਨ ਸਾਰੇ ਕੁਝ ਕਰ ਰਹੇ। ਸਾਡਾ ਇਹ ਹੈ ਜਿਸ ਸੰਦਰਭ 'ਚ ਅਸੀਂ ਕਹਿ ਰਹੇ ਹਾਂ ਉਹਨਾਂ ਕੁ ਪੜ੍ਹੋ, ਇਹਨੂੰ ਜਨਰਲਾਈਜ਼ ਕਰਨ ਲਈ ਨਾ ਕਰਿਓ, ਇਹ ਮੇਰੀ ਗੁਜ਼ਾਰਿਸ਼ ਹੈ। ਚਲੋ ਓਕੇ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਪਰ ਇਸ ਮੁੱਦੇ ਤੇ ਅੱਗੇ ਜਾਣ ਤੋਂ ਪਹਿਲਾਂ ਮੈਂ ਇੱਕ ਸਵਾਲ ਜਿਹੜਾ ਹੈਗਾ ਆਪਣਾ ਰਿਸ਼ਾ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ ਕਿ ਜੇ ਪੋਲੀਟੀਕਲ ਤੌਰ ਤੇ ਕੁਝ ਲੋਕਾਂ ਆਪਣੀ ਰਾਜਨੀਤੀ ਦਾ ਇਸ ਤਰ੍ਹਾਂ ਦਾ ਮੁੱਦਾ ਬਣਾ ਰਹੀਆਂ, ਕੋਈ ਤਰ੍ਹਾਂ ਬਣਾ ਰਹੀਆਂ ਮੁੱਦੇ ਨੂੰ, ਤਾਂ ਕਿਸਾਨੀ ਅੰਦੋਲਨ ਨੂੰ ਤਾਂ ਉਹਦੇ ਤੋਂ ਅਲੱਗ ਕਰਕੇ ਉਹਦੇ ਮਾਮਲੇ ਤੇ ਤਾਂ ਇਮਾਨਦਾਰੀ ਨਾਲ ਨਿਬੇੜਾ ਹੋਣਾ ਚਾਹੀਦਾ ਹੈ। ਕੱਲ ਦੀ ਮੀਟਿੰਗ 'ਚ ਜਿਹੜਾ ਰਾਜਸੀ ਖਲੇਰਾ ਉਹਨੂੰ ਪਾਸੇ ਰੱਖ ਕੇ ਕਿਸਾਨੀ ਮੁੱਦਿਆਂ ਤੇ ਗੱਲ ਕਰਨ ਦੀ ਜ਼ਰੂਰਤ ਹੈ। ਉੱਥੇ ਇਹ ਨਾ ਦੇਖਿਆ ਜਾਵੇ ਕਿ ਇਸ ਦੇ ਪਿੱਛੇ ਕਿਹੜਾ ਚਿਹਰਾ ਹੈ। ਪਤਾ ਹੈ ਇਹ ਗੱਲ ਕਿ ਅਸੀਂ ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਵੀ ਗਲਤ ਹੱਥਾਂ 'ਚ ਨਹੀਂ ਜਾਣ ਦੇਣਾ ਕਿ ਉਹ ਕੁਝ ਲੋਕ ਆਉਣ ਤਾਂ ਗੜਬੜ ਕਰਨ ਔਰ ਐਵੇਂ ਕਿਸਾਨਾਂ ਤੇ ਉਹ ਗੱਲ ਲਾ ਦੇਣ ਜਾਂ ਕਿਸਾਨਾਂ ਦੀ ਝੋਲੀ 'ਚ ਪਾ ਦੇਣ। ਜ਼ਿੰਮੇਵਾਰ ਲੀਡਰਸ਼ਿਪ ਹੈ। ਇਸੇ ਗੱਲ ਮੈਂ ਬਾਰ-ਬਾਰ ਕਹਿ ਰਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਵੀ ਇਹ ਗੱਲ ਖਤਮ ਹੋਵੇ, ਨਹੀਂ ਤਾਂ ਕਈ ਵੈਸਟਡ ਇੰਟਰਸਟ ਹੈ। ਬਲਦੇਵ ਜੀ ਆਦਰ ਸਹਿਤ ਕਹਿਣਾ, ਮਾਫੀ ਮੰਗ ਕੇ ਕਹਿਣਾ, ਕਈ ਵੈਸਟਡ ਇੰਟਰਸਟ ਹੈ, ਉਹ ਚਾਹੁੰਦੇ ਆ ਇਹ ਮਾਮਲਾ ਮੁੱਕੇ ਹੀ ਨਾ। ਦੇਖੋ ਜੀ, ਮਾਫ ਕਰਨਾ। ਦੇਖੋ ਮੈਂ ਪ੍ਰੋਫੈਸਰ ਸਾਹਿਬ ਦਾ ਧੰਨਵਾਦ ਕਰਦਾ। ਪ੍ਰੋਫੈਸਰ ਸਾਹਿਬ ਬੜੀ ਸਿੰਸੀਅਰ ਤੌਰ ਤੇ ਗੱਲ ਕਰੀ ਆ। ਪਰ ਪ੍ਰੋਫੈਸਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ। ਦੇਖੋ ਜਿਹੜਾ ਕੋਈ ਅੱਗ ਪੈਟਰੋਲ ਪਾਉਂਦਾ, ਕੋਈ ਪਾਸੇ ਆ ਇਸ ਤੋਂ। ਸਾਡਾ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ, ਪੰਜਾਬ ਦੇ ਵਿੱਚੋਂ ਚੱਲਦਾ ਦਿੱਲੀ ਆ ਗਿਆ, ਅਸੀਂ ਇੱਕ ਵੀ ਕਿਸੇ ਪੋਲੀਟੀਕਲ ਬੰਦੇ ਨੂੰ ਆਪਦੀ ਸਟੇਜ ਦੇ ਉੱਤੇ ਨੇੜੇ ਨਹੀਂ ਢੁੱਕਣ ਦਿੰਦੇ ਜੀ। ਅਸੀਂ ਇਹਨੂੰ ਮਤਲਬ ਜਿਹੜੇ ਤੁਹਾਡੇ ਆਗੂ ਆ ਉਹਨਾਂ ਨੂੰ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਕਿ ਇਹ ਕਿਸਾਨ ਅੰਦੋਲਨ ਆ, ਕਿਸਾਨ ਅੰਦੋਲਨ ਹੀ ਇਹਨੂੰ ਰਹਿਣ ਦਿਓ। ਠੀਕ ਆ, ਸਰਕਾਰਾਂ ਦੇ ਆਪਦੇ ਜਿਹੜੇ ਹੁੰਦੇ ਆ ਉਹਨਾਂ ਨੇ ਆਪ ਦਾ ਦੇਖਣਾ ਹੁੰਦਾ, ਪਰ ਇਹ ਜਿਹੜਾ ਬਾਰ-ਬਾਰ ਇਹ ਕਿਹਾ ਜਾ ਰਿਹਾ ਵੀ ਇਹ ਫਲਾਨੇ ਆ, ਇਹ ਧੌਂਕੇ ਆ, ਢੀਂਗੜੇ ਆ, ਜੇ ਆ ਉਹ ਆ, ਉਹ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ, ਜਿਹੜੇ ਬੀਜੇਪੀ ਦੇ ਆਗੂਆਂ ਨੂੰ, ਜਿਵੇਂ ਤੁਸੀਂ ਗੱਲ ਕਰਦੇ ਹੋ, ਇਸ ਲਹਿਜੇ 'ਚ ਹੀ ਗੱਲ ਕਰਨੀ ਚਾਹੀਦੀ ਆ ਜੀ। ਸਿੰਗੜਾ ਜੀ, ਕੱਲ ਦੀ ਜਿਹੜੀ ਮੀਟਿੰਗ ਹੈ ਉਹਦੇ ਬਾਰੇ ਜਿੱਦਾਂ ਆਪਾਂ ਸਾਰੇ ਕਹਿ ਰਹੇ ਹਾਂ ਕਿ ਵੀ ਇਹਦਾ ਕੋਈ ਸਾਰਥਕ ਹੱਲ ਨਿਕਲਣਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਦਾ ਮਾਹੌਲ ਕਿਸਾਨੀ ਅੰਦੋਲਨ ਬਾਰੇ ਬਣ ਜਾਂਦਾ ਹੈ, ਪੋਲੀਟੀਕਲ ਤੌਰ ਤੇ ਦੂਸ਼ਣਬਾਜ਼ੀਆਂ ਲਾਈਆਂ ਜਾਂਦੀਆਂ, ਉਹਦੇ ਨਾਲ ਕਿਤੇ ਲੱਗਦਾ ਹੈ ਕਿ ਸਾਰਾ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਵੀ ਰਾਜਸੀ ਦੂਸ਼ਣਬਾਜ਼ੀਆਂ 'ਚ ਲਪੇਟਿਆ ਜਾਂਦਾ ਹੈ। ਜਿਵੇਂ ਕਿਸਾਨੀ ਅੰਦੋਲਨ ਨਾ ਹੋਵੇ, ਕਿਸੇ ਨਾ ਕਿਸੇ ਰਾਜਸੀ ਧਿਰ ਦੇ ਮੁੱਦੇ ਨੂੰ ਮੁੱਖ ਰੱਖ ਕੇ ਕਿ ਕਿਹਨੇ ਸੱਤਾ 'ਚ ਆਉਣਾ ਹੈ, ਕਿਹਨੂੰ ਬਾਹਰ ਧੱਕਣਾ ਹੈ, ਇਸ ਮਾਮਲੇ ਨੂੰ ਲੈ ਕੇ ਹੀ ਸਾਰਾ ਕੁਝ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਬਿਲਕੁਲ ਦੇਸ਼ ਦੀ ਲੜਾਈ ਹੈ ਸਿੱਧੂ ਸਾਹਿਬ। ਇੱਕ ਤਾਂ ਮੈਂ ਪਹਿਲੀ ਗੱਲ ਇਹ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਬ੍ਰੇਕ ਲੈਣੀ ਸੀ ਉਸ ਤੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹ ਜਿਹੜੇ ਕਾਨੂੰਨ ਨੇ, ਇਹ ਖੇਤੀ ਮੰਤਰੀ ਤੋਮਰ ਸਾਹਿਬ ਇਸ ਗੱਲ ਆਪਣੇ ਮੂੰਹੋਂ ਉਹਨਾਂ ਨੇ ਕਹੀ ਸੀ ਕਿ ਅਸੀਂ ਵਪਾਰੀਆਂ ਵਾਸਤੇ ਬਣਾਏ ਆ। ਉਹ ਜਿਹੜਾ ਅਧਿਕਾਰ ਖੇਤਰ ਕੇਂਦਰ ਸਰਕਾਰ ਦਾ ਆ,
ਖੇਤੀਬਾੜੀ ਦਾ ਅਧਿਕਾਰ ਖੇਤਰ ਸਟੇਟ ਦਾ ਆ। ਸੋ ਇਹ ਵੀ ਇੱਕ ਬਹੁਤ ਵੱਡਾ ਨੁਕਤਾ ਆ। ਜੇ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਮੋਹਰ ਲਾ ਦਿੰਦੀਆਂ ਵੀ ਜਿਹੜੇ ਕਹਿੰਦੇ ਢਾਂਚਾ ਉਹੀ ਰੱਖ ਲਓ, ਤਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਦੂਜੇ ਹੋਰ ਅਮੈਂਡਮੈਂਟਸ ਨਵੀਆਂ ਆਇਆ ਕਰਨਗੀਆਂ। ਸੋ ਬੇਸਿਕਲੀ ਇਹ ਜਿਹੜਾ ਕਾਨੂੰਨ ਹੈ, ਇਹਦੇ ਬਾਰੇ ਖੇਤੀਬਾੜੀ ਦੇ ਕਾਨੂੰਨ ਬਾਰੇ ਕੇਂਦਰ ਸਰਕਾਰ ਡਾਇਰੈਕਸ਼ਨ ਦੇ ਸਕਦੀ ਆ, ਮਾਡਲ ਐਕਟ ਬਣਾ ਸਕਦੀ ਆ, ਰਿਕੁਐਸਟ ਕਰ ਸਕਦੀ ਹੈ ਸਟੇਟਸ ਨੂੰ ਵੀ ਇਹਨੂੰ ਅਡਾਪਟ ਕਰੋ ਜਾਂ ਪਾਰਸ਼ਲੀ ਅਡਾਪਟ ਕਰੋ ਜਾਂ ਆਪਣੀਆਂ ਹਾਲਾਤਾਂ ਦੇ ਹਿਸਾਬ ਨਾਲ ਕਰੋ। ਇਸ ਤਰ੍ਹਾਂ ਕਾਨੂੰਨ ਨਹੀਂ ਬਣਾਇਆ ਜਾ ਸਕਦਾ। ਦਿਸ ਇਜ਼ ਇਲੀਗਲ। ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਨੰਬਰ 2 ਤੇ ਜਿਹੜੀ ਤੁਸੀਂ ਗੱਲ ਕਹੀ ਆ, ਇਹ ਵੀ ਨਾਲੇ ਜਿਹੜੀ ਹੁਣ ਸਿਆਸੀ ਪਾਰਟੀਆਂ ਵਾਲੀ ਗੱਲ ਵੀ ਚੱਲੀ ਹੈ, ਮਤਲਬ ਮੁੱਢੋਂ ਸੁੱਢਾ ਹੀ ਨਹੀਂ ਇਹ ਮੰਨ ਲੈਣਾ ਚਾਹੀਦਾ ਕਿ ਸਿਆਸੀ ਪਾਰਟੀ ਦੇ ਵਿੱਚ ਸਾਰੇ ਹੀ ਲੋਕ ਮਾੜੇ ਹੀ ਆ। ਉਹ ਤਾਂ ਹੁਣ ਤੱਕ ਜਿਹੜਾ ਰਵਾਇਤੀ ਪਾਰਟੀਆਂ ਦਾ ਜੋ ਸੁਭਾਅ ਰਿਹਾ ਆ ਕਿ ਆਪਣੀ ਸਿਆਸਤ, ਆਪਣੀ ਗੱਦੀ ਤੱਕ, ਆਪਣੇ ਲਾਭਾਂ ਤੱਕ ਹੀ ਸੀਮਿਤ ਹੋ ਜਾਣਾ, ਲੋਕਾਂ ਦੇ ਮੁੱਦੇ ਹੀ ਛੱਡ ਦੇਣੇ ਜਦੋਂ ਸਰਕਾਰ ਆ ਗਈ, ਉਹਦੇ ਕਰਕੇ ਓਵਰਆਲ ਰਾਜਨੀਤਿਕਾਂ ਦਾ ਇੰਪ੍ਰੈਸ਼ਨ ਪਬਲਿਕ 'ਚ ਠੀਕ ਨਹੀਂ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹ ਤਾਂ ਔਨ ਦਾ ਫਲੋਰ, ਜਿਹਦਾ ਕਹਿੰਦੇ ਨਾ ਕਿਸਾਨ ਜਥੇਬੰਦੀਆਂ, ਫਲੋਰ ਟੈਸਟ ਤੇ ਸਹੀ ਸਾਬਤ ਹੋਈਆਂ ਆ। ਇਹਨਾਂ ਨੇ ਬਿਲਕੁਲ ਕਲੀਅਰ ਕੱਟ ਕਿਹਾ ਵੀ ਨਾ ਸਾਡੀ ਸਟੇਜ ਤੇ ਨਾ ਤੁਹਾਡਾ ਝੰਡਾ, ਔਰ ਉਹ ਕੋਈ ਗੱਲਬਾਤ ਵੀ ਨਹੀਂ ਹੈ। ਫਿਰ ਆਪਾਂ ਕਹੀਏ ਵੀ ਕਿਸਾਨ ਇਹਨਾਂ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਆ। ਕਿਸਾਨ ਜਥੇਬੰਦੀਆਂ ਨੇ ਤਾਂ ਆਪਣੀ ਲਿਆਕਤ ਤੇ ਆਪਣੀ ਸੂਝ-ਬੂਝ ਦਾ ਐਨ ਕਸਵੱਟੀ ਤੇ ਐਕਸਲੈਂਟ ਉਤਰੇ ਆ। ਸੋ ਉਹਦੇ ਵਿੱਚ ਨਹੀਂ ਕਹਿ ਸਕਦੇ। ਹੁਣ ਜਿਹੜੇ ਜਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਕਾਂਗਰਸ ਪਾਰਟੀ ਦੀ ਸਰਕਾਰ ਹੈ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹੁਣ ਜਿਹੜੀ ਸਰਕਾਰ ਹੋਵੇ ਉਹ ਪਾਰਟੀ ਵੱਡਾ ਰੋਲ ਪਲੇ ਕਰ ਸਕਦੀ ਹੁੰਦੀ ਹੈ। ਹੁਣ ਸਾਨੂੰ ਕਿਹਾ ਗਿਆ ਦਿੱਲੀ ਦੇ ਵਿੱਚ ਕਿ 9 ਸਟੇਡੀਅਮ ਜਿਹੜੇ ਇਹਨਾਂ ਨੇ ਜ਼ਿਲ੍ਹਾ 'ਚ ਤਬਦੀਲ ਕਰ ਦਿਓ। ਅਰਵਿੰਦ ਕੇਜਰੀਵਾਲ ਸਾਹਿਬ ਨੇ ਨਹੀਂ ਕੀਤੇ। ਸਾਡੇ ਅਖਤਿਆਰ ਖੇਤਰ ਸੀਗਾ, ਅਸੀਂ ਕੋਈ ਉਕਸਾਉਣ ਲਈ ਥੋੜੀ ਕੀਤਾ। ਸਾਡੀ ਸੋਚ ਆ ਇਹ ਵੀ ਇਹ ਕਾਨੂੰਨ ਮਾੜੇ ਆ, ਜਿੱਥੇ ਵੀ ਅਸੀਂ ਹੈਲਪ ਕਰ ਸਕਦੇ ਹਾਂ ਇਸ ਅੰਦੋਲਨ ਦੀ ਅਸੀਂ ਕਰ ਰਹੇ ਹਾਂ। ਅਸੀਂ ਕੋਈ ਚੋਰੀ ਥੋੜੀ ਕਰ ਰਹੇ ਹਾਂ, ਅਸੀਂ ਕੋਈ ਵਾਇਲੈਂਸ ਕੋਈ ਥੋੜੀ ਕਰ ਰਹੇ ਹਾਂ। ਜੋ ਕਿਸਾਨ ਜਥੇਬੰਦੀਆਂ ਨੇ ਮਰਿਆਦਾ ਲਾਗੂ ਕੀਤੀ, ਜੋ ਜਾਬਤਾ ਲਾਗੂ ਕੀਤਾ, ਅਸੀਂ ਉਹਦਾ ਪਾਲਣ ਕੀਤਾ। ਅਸੀਂ ਇਕੱਲਿਆਂ ਨੇ ਵੀ ਜੰਤਰ ਮੰਤਰ ਦੇ ਪਹਿਲਾਂ ਪ੍ਰਦਰਸ਼ਨ ਕੀਤਾ, ਅਸੀਂ ਉੱਥੇ ਵੀ ਨਹੀਂ ਝੰਡੇ ਲੈ ਕੇ ਗਏ। ਸੋ ਸਾਡੀ ਕੋਈ ਇਹਦੇ ਵਿੱਚੋਂ ਲਾਭ ਲੈਣ ਦੀ ਮਨਸ਼ਾ ਨਹੀਂ ਹੈ। ਇਹ ਤਾਂ ਹੁਣ ਕੇਂਦਰ ਦੇ ਬਾਰੇ ਵਿੱਚ ਗੱਲ ਹੈਗੀ ਆ। ਪਹਿਲੇ ਹਫ਼ਤੇ ਦਸੰਬਰ ਦੇ ਨੈਰੋ ਡਾਊਨ ਹੋ ਗਿਆ ਕਿਹੜੀ ਮੰਗ ਸਹੀ ਆ ਕਿਹੜੀ ਗਲਤ ਹੈ। ਹੁਣ ਤਾਂ ਗੱਲ ਇਹ ਆ ਕਿ ਕਾਨੂੰਨ ਜਿਹੜੇ ਆ ਇਹ ਰੱਦ ਕਰ ਦੇਵੇ ਕੇਂਦਰ ਸਰਕਾਰ, ਨਵੇਂ ਸਿਰੋਂ ਕਮੇਟੀ ਬਣਾ ਲਵੇ, ਕਿਸਾਨਾਂ ਦੇ ਨਾਲ ਲੈ ਕੇ ਕਿਸਾਨਾਂ ਦੀ ਗੱਲ ਸੁਣ ਕੇ ਕਿਸਾਨਾਂ ਨੂੰ ਇਨਵੋਲਵ ਕਰਕੇ ਜਿੱਦਾਂ ਦੇ ਮਰਜ਼ੀ ਕਾਨੂੰਨ ਬਣਾਉਣ। ਅਧਿਕਾਰ ਖੇਤਰ ਹੈ ਕੇਂਦਰ ਸਰਕਾਰ ਦਾ, ਜਿਹੜਾ ਵੀ ਓਕੇ ਚੇਤਾ ਜੀ, ਅਸੀਂ ਤੁਹਾਡੀ ਗੱਲ ਆ ਗਈ ਚੇਤਾ ਜੀ, ਕਾਨੂੰਨਾਂ ਦੇ ਡੈਡਲੀ ਅਗੇਂਸਟ ਹੈ ਜੀ। ਥੈਂਕ ਯੂ ਵੈਰੀ ਮਚ ਚੇਤਾ ਜੀ। ਪ੍ਰੋਫੈਸਰ ਭੰਡਾਰੀ, ਜਦੋਂ ਆਪਾਂ ਖੇਤੀ ਕਾਨੂੰਨਾਂ ਮੁੱਦਿਆਂ ਤੇ ਗੱਲ ਕਰਦੇ ਆ ਤਾਂ ਅਕਸਰ ਜਿਹੜਾ ਬਹਿਸ ਦਾ ਮੁੱਦਾ, ਬਹਿਸ ਦਾ ਹਿੱਸਾ ਬਣਦੀ ਹੈ ਗੱਲ ਕਿ ਜਦੋਂ ਕੇਂਦਰ ਸਰਕਾਰ ਇਹ ਮੰਨਦੀ ਹੈ ਕਿ ਇਹਦੇ 'ਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ, ਸੋਧਾਂ ਕੀਤੀਆਂ ਜਾ ਸਕਦੀਆਂ, ਕਿਸਾਨ ਨੇਤਾ ਵੀ ਕਹਿੰਦੇ ਆ, ਆਰਥਿਕ ਮਾਹਰ ਵੀ ਕਹਿੰਦੇ ਆ, ਖੇਤੀਬਾੜੀ ਮਾਹਰ ਵੀ ਕਹਿੰਦੇ ਆ ਕਿ ਜੇ ਇੰਨੀਆਂ ਉਹਦੇ 'ਚ ਗਲਤੀਆਂ ਜਾਂ ਤਰੁੱਟੀਆਂ ਹੈਗੀਆਂ ਤਾਂ ਪਾਰਲੀਮੈਂਟ 'ਚ ਲਿਆ ਕੇ ਨਵਾਂ ਕਾਨੂੰਨ ਬਣਾਇਆ ਜਾ ਸਕਦਾ। ਜਿਹੜੇ ਪਿਛਲੇ ਕਾਨੂੰਨ ਹੈ ਉਹਨੂੰ ਰੱਦ ਕੀਤਾ ਜਾਵੇ, ਉਹਦੇ ਤੇ ਜਿੱਦ ਫੜਨ ਦੀ ਕੀ ਜ਼ਰੂਰਤ ਹੈ। ਜਿੱਦਾਂ ਸੰਘੜਾ ਜੀ ਨੇ ਕਿਹਾ, ਵੈਸੇ ਵੀ ਜਿਹੜਾ ਜੇ ਇਹ ਸੂਬੇ ਦਾ ਸਬਜੈਕਟ ਹੈ ਖੇਤੀ ਖੇਤਰ ਜਿਹੜਾ ਹੈਗਾ, ਉਸ ਨਜ਼ਰੀਏ ਨਾਲ ਵੀ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਫੈਸਲਾ ਲਿਆ ਜਾ ਸਕਦਾ। ਨਹੀਂ, ਮੈਂ ਵੀ ਇਹ ਸਟੇਟ ਇਸ਼ੂ ਹੈ, ਮੈਂ ਕੋਈ ਇਸ ਚੀਜ਼ ਨਾਲ ਸਹਿਮਤ ਨਹੀਂ ਹੈ। ਜਿਹੜਾ ਸਟੇਟ ਇਸ਼ੂ ਹੈ ਸਟੇਟ ਇਸ਼ੂ ਹੈ, ਮੇਰੇ ਵਾਸਤੇ ਵੀ ਹੈ, ਸੰਘੇੜਾ ਸਾਹਿਬ ਵਾਸਤੇ ਵੀ ਹੈ, ਬਲਦੇਵ ਜੀ ਵਾਸਤੇ ਵੀ ਹੈ, ਤੁਹਾਡੇ ਵਾਸਤੇ ਵੀ ਹੈ। ਜੇ ਇਹੋ ਜਿਹੀ ਕੋਈ ਗੱਲ ਹੈ ਵੀ ਇਹ ਸਟੇਟ ਇਸ਼ੂ ਹੈ, ਇਹਦੇ 'ਚ ਸੈਂਟਰ ਨਹੀਂ ਦਖਲ ਦੇ ਸਕਦਾ, ਉਹਦੇ ਤੇ ਆਰਗੂਮੈਂਟਸ ਹੋ ਸਕਦੀਆਂ, ਉੱਤੇ ਬਹਿਸ ਹੋ ਸਕਦੀ ਹੈ, ਔਰ ਜਿਹੜੀ ਵੀ ਅਥਾਰਟੀ ਉਹਦੇ ਤੇ ਕੋਈ ਫੈਸਲਾ ਲੈ ਸਕਦੀ ਹੈ, ਚਾਹੇ ਸਰਕਾਰ ਲਵੇ ਚਾਹੇ ਸੁਪਰੀਮ ਕੋਰਟ ਲਵੇ। ਅਸੀਂ ਇਹ ਥੋੜੀ ਕਹਿੰਦੇ ਹਰ ਗੱਲ 'ਚ ਅਸੀਂ ਸਹੀ ਹੈ। ਕਈ ਇਹੋ ਜਿਹੇ ਸਰਕਾਰ ਦੇ ਫੈਸਲੇ ਤੇ ਸੁਪਰੀਮ ਕੋਰਟ ਰਿਜੈਕਟ ਕਰ ਦਿੰਦੀ ਹੈ, ਤੇ ਫਿਰ ਉਹ ਅਸੀਂ ਬੰਦੇ ਵੀ ਸੁਪਰੀਮ ਕੋਰਟ ਇਜ਼ ਦਾ ਹਾਈਐਸਟ ਅਥਾਰਟੀ ਦੈਟ ਇਜ਼ ਐਕਸੈਪਟੇਬਲ। ਮੈਂ ਪ੍ਰੋਫੈਸਰ ਭੰਡਾਰੀ ਜੀ, ਤੁਸੀਂ ਬਹੁਤ ਹੀ ਇਸ ਮਾਮਲੇ ਦੇ ਉੱਤੇ ਬਹੁਤ ਪਕੜ ਰੱਖਦੇ ਹੋ। ਪਤਾ ਨਹੀਂ ਕਿੰਨਾ ਹਜ਼ਾਰਾਂ ਵਿਦਿਆਰਥੀਆਂ ਨੂੰ ਤੁਸੀਂ ਕਲਾਸਾਂ 'ਚ ਪੜ੍ਹਾਇਆ ਹੋਵੇਗਾ। ਸੁਪਰੀਮ ਕੋਰਟ ਦਾ ਜਿਹੜਾ ਪਿਛਲੇ ਦਿਨਾਂ 'ਚ ਤੁਸੀਂ ਕਮੈਂਟ ਸੁਣੇ ਆ, ਜਿਹੜਾ ਆਇਆ ਫੈਸਲਾ ਆਇਆ, ਜਦੋਂ ਸੁਪਰੀਮ ਕੋਰਟ 'ਚ ਮਾਮਲਾ ਆਇਆ ਤਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਨੁਮਾਇੰਦੇ ਨੂੰ ਪੁੱਛਿਆ ਕਿ ਕੀ ਜਿਹੜਾ ਹੈਗਾ ਖੇਤੀ ਕਾਨੂੰਨ ਹੈਗੇ ਹੈ, ਇਹਨਾਂ ਨੂੰ ਕੁਝ ਸਮੇਂ ਲਈ ਜਿਹੜਾ ਪਿੱਛੇ ਕੀਤਾ ਜਾ ਸਕਦਾ, ਮੁਲਤਵੀ ਕੀਤਾ ਜਾ ਸਕਦਾ ਤਾਂ ਕਿ ਨਵੇਂ ਕਾਨੂੰਨ ਬਣ ਜਾਣ ਸਾਰਿਆਂ ਦੀ ਸਹਿਮਤੀ ਨਾਲ। ਤਾਂ ਉਹ ਨੁਮਾਇੰਦੇ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਤੋਂ ਪੁੱਛ ਕੇ ਕਰਾਂਗਾ। ਉਸ ਦਾ ਕੋਈ ਜਵਾਬ ਨਹੀਂ ਆਇਆ।
ਸਰ ਸੁਪਰੀਮ ਕੋਰਟ ਵੀ ਕੇਂਦਰ ਵੱਲ ਦੇਖਦੀ ਹੈ, ਇਸ ਕਰਕੇ ਕੋਈ ਮਾਮਲਾ ਨਹੀਂ ਨਿਬੜ ਰਿਹਾ। नहीं ऐसा है सिद्धू साहब, सुप्रीम कोर्ट ने पूछा, उन्होंने जवाब देता। जे सुप्रीम कोर्ट कन्विंस है ऑर्डर कर मेरा जी आ रहा है, सुप्रीम कोर्ट जे कन्विंस है ते ओदे ते ऑर्डर पास कर दे, ऊंची गल सहमति बन सकती है। जी थैंक यू। ओके सिंगड़ा जी, इस मामले ते शायद कुछ कमेंट करना चाहते हैं सिंगड़ा जी। ਮੈਂ ਤਾਂ ਇਹੀ ਬੇਨਤੀ ਕਰੂੰਗਾ ਭੰਡਾਰੀ ਸਾਹਿਬ ਨੂੰ ਵੀ ਭੰਡਾਰੀ ਸਾਹਿਬ ਤੁਸੀਂ ਆਪਣੇ ਜਿਹੜੇ ਸੈਂਟਰ ਦੇ ਆਗੂ ਆ, ਤੁਸੀਂ ਖੁਦ ਸੀਨੀਅਰ ਆਗੂ ਹੋ, ਤੁਹਾਡੀ ਗੱਲ ਪੋਜ਼ਿਟਿਵਲੀ ਗਿਆਨੀ ਸਾਹਿਬ ਦੀ ਪੋਜ਼ਿਟਿਵਲੀ ਸੁਣੀ ਜਾਂਦੀ ਆ ਉੱਥੇ। ਮਤਲਬ ਜਦੋਂ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਤਾਂ ਕੇਂਦਰ ਸਰਕਾਰ ਨੂੰ ਥੋੜੀ ਸੁਪਰੀਮ ਕੋਰਟ ਵੱਲ ਜਾਂ ਕਿਸੇ ਹੋਰ ਅਦਾਲਤ ਵੱਲ ਦੇਖਣਾ, ਕਿਉਂਕਿ ਇਹਦੇ ਵਿੱਚ ਜਿੰਨਾ ਵੀ ਆਪਾਂ ਵੇਟ ਕਰਦੇ ਹਾਂ ਨੁਕਸਾਨ ਬਹੁਤ ਹੋ ਰਿਹਾ ਆ। ਤੁਹਾਡੀ ਪਾਰਟੀ ਦੇ ਖਿਲਾਫ ਤਾਂ ਕੜੱਤਣ ਵੱਧ ਹੀ ਰਹੀ ਆ, ਅਲੱਗ ਚੀਜ਼ ਹੈ, ਪਰ ਰੋਜ਼ਾਨਾ ਜਿੱਦਾਂ ਬਲਦੇਵ ਸਿੰਘ ਭਾਈ ਰੂਪਾ ਜੀ ਨੇ ਗੱਲ ਦੱਸੀ ਹੈ ਔਰ ਰੋਜ਼ ਆਪਾਂ ਅਖਬਾਰਾਂ 'ਚ ਪੜ੍ਹਦੇ, ਰੋਜ਼ ਦੁੱਖ ਹੁੰਦਾ, ਰੋਜ਼ ਇੱਕ ਬੋਡੀ ਉੱਥੋਂ ਜਿਹੜੀ ਆ ਉਹ ਰੋਜ਼ ਇੱਕ ਕਿਸਾਨ ਸ਼ਹੀਦ ਹੋ ਰਿਹਾ ਆ। ਸੰਤ ਬਾਬਾ ਰਾਮ ਸਿੰਘ ਜੀ ਸੁਸਾਈਡ ਕਰ ਗਏ ਆ, तो कुछ दिन पहला ही 2 दिन पहला एक वकील साहब सुसाइड कर गए आ, कुछ लोग निराशा च चले गए आ, कोई डिप्रेशन च चले गए आ। ਤੁਹਾਡਾ ਮਨ ਖਰਾਬ ਹੁੰਦਾ ਹੋਣਾ, ਸਾਡਾ ਵੀ ਮਨ ਖਰਾਬ ਹੁੰਦਾ ਹੈ। ਸਾਡੇ ਬੱਚੇ ਸੈਂਟੀਮੈਂਟਸ ਹੈ ਭੈਣ ਭਰਾ ਸਾਰੇ ਆਪਣੇ ਬੈਠੇ ਆ, ਕੋਈ ਮਤਲਬ ਖੁਸ਼ੀ ਨਾਮੇ ਥੋੜੀ ਬੈਠੇ ਆ। ਇਹ ਚੀਜ਼ ਹੋਣੀ ਚਾਹੀਦੀ ਆ। ਬਸ ਅਸੀਂ ਤਾਂ ਵਿਸ਼ ਕਰਦੇ ਆ ਵੀ ਇਹਦਾ ਪੋਜ਼ਿਟਿਵ ਐਂਡ ਹੋਵੇ ਕਿਸੇ ਤਰ੍ਹਾਂ, ਤਾਂ ਕਿ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ। ਬਾਕੀ ਅਸੀਂ ਤਾਂ ਸੰਘਰਸ਼ ਦੀ ਹਮਾਇਤ ਕਰਨੀ ਹੈ ਜਿੱਥੇ ਮਰਜ਼ੀ ਹੋਈਏ। ਸਾਡੀਆਂ ਮਾਤਾਵਾਂ ਬੈਠੀਆਂ ਉੱਥੇ, ਅਸੀਂ ਤਾਂ ਫ੍ਰੀ ਵਾਈਫਾਈ ਵੀ ਲਾ ਰਹੇ ਹਾਂ। ਬਾਕੀ ਸੰਸਥਾਵਾਂ ਵੀ ਕਰ ਰਹੀਆਂ। ਓਕੇ ਮਿਹਰਬਾਨੀ ਸਿੰਘੜਾ ਜੀ, ਥੈਂਕ ਯੂ। ਬਲਦੇਵ ਜੀ ਆਖਰੀ ਕਮੈਂਟਸ, ਜਦੋਂ ਆਪਾਂ ਕੱਲ ਦੀ ਮੀਟਿੰਗ ਹੈ ਇਸ ਡਿਬੇਟ ਦੇ ਮੁੱਦੇ ਤੇ, ਮੈਂ ਜਿਹੜੇ ਤੁਹਾਡੇ ਕਮੈਂਟਸ ਲੈਣਾ ਚਾਹੁੰਦਾ ਹੈ। ਕੱਲ ਦੀ ਮੀਟਿੰਗ ਸਾਰਿਆਂ ਦੇ ਸਾਹਮਣੇ, ਜਿੱਦਾਂ ਤੁਸੀਂ ਕਿਹਾ ਕਿ ਦੀਵਾਰ ਤੇ ਲਿਖਿਆ ਜਾ ਚੁੱਕਾ ਹੈ। ਜੇ ਇਹ ਮਾਮਲਾ ਲਟਕਦਾ ਕੱਲ ਦੀ ਮੀਟਿੰਗ 'ਚ ਨੇਪਰੇ ਚੜ੍ਹਦਾ, ਬਹੁਤ ਚੰਗੀ ਗੱਲ ਹੈ, ਸਾਰੇ ਇਸ ਗੱਲ ਦਾ ਸਵਾਗਤ ਕਰਨਗੇ। ਪਰ ਜੇ ਮਾਮਲਾ ਲਟਕਦਾ, ਕੀ ਲੱਗਦਾ ਕਿ ਲੰਮੀ ਲੜਾਈ ਲੜਨ ਦੇ ਲਈ ਵੀ ਕਿਸਾਨ ਤਿਆਰ ਰਹੇਗਾ? ਕਿਉਂਕਿ ਜਿੱਦਾਂ ਦਾ ਮਾਹੌਲ ਹੈ, ਜਿੱਦਾਂ ਦਾ ਮੌਸਮ ਹੈ, ਆਏ ਦਿਨ ਲੋਕਾਂ ਦੀਆਂ ਕੁਰਬਾਨੀਆਂ ਹੋ ਰਹੀਆਂ। ਕੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੀ ਕਿਸੇ ਮਾਮਲੇ ਦੇ ਉੱਤੇ ਵਿਚਾਰ ਕਰਨ ਦੇ ਲਈ ਕੇਂਦਰ ਦੇ ਮੁਤਾਬਕ ਸਹਿਮਤ ਹੋ ਸਕਦੀਆਂ? ਜੇ ਇੱਕ ਗੱਲ ਤੇ ਕਾਇਮ ਹੈ ਕਿ ਖੇਤੀ ਕਾਨੂੰਨ ਜਿਹੜੇ ਰੱਦ ਹੋਣਗੇ, ਫੇਰ ਹੀ ਸਹਿਮਤੀ ਬਣੇਗੀ। ਦੇਖੋ ਸਿੱਧੂ ਸਾਹਿਬ, ਇਹ ਬੜਾ ਕਲੀਅਰ ਤੌਰ ਤੇ ਸਾਡਾ ਦੱਸਿਆ ਹੋਇਆ, ਕਿਹਾ ਹੋਇਆ ਕਿ ਇਹ ਜਿਹੜਾ ਅੰਦੋਲਨ ਆ ਇਹ 6 ਮਹੀਨੇ ਵੀ ਚੱਲ ਸਕਦਾ, 6 ਮਹੀਨਿਆਂ ਤੋਂ ਵੱਧ ਵੀ ਚੱਲ ਸਕਦਾ। ਉਹ ਸੈਂਟਰ ਸਰਕਾਰ ਦੀ ਹੁਣ ਮਰਜ਼ੀ ਰਹੇਗੀ ਜੀ ਇਹਦੇ ਤੇ। ਇਹ ਗੱਲ ਕੋਈ ਲੁਕੀ ਛੁਪੀ ਨਹੀਂ ਰਹੀ, ਗੱਲ ਬਿਲਕੁਲ ਸਾਫ਼ ਹੋ ਗਈ, ਗੱਲ ਬਿਲਕੁਲ ਕਲੀਅਰ ਹੋ ਗਈ। 6 ਮਹੀਨਿਆਂ ਦਾ ਰਾਸ਼ਨ ਅਸੀਂ ਲੈ ਕੇ ਆਏ ਆ, ਉਹ ਸਾਡਾ ਉਵੇਂ ਦਾ ਉਵੇਂ ਪਿਆ ਹਜੇ। ਉਹ ਜਿਹੜੇ ਹਰਿਆਣੇ ਵਾਲੇ ਆ, ਦਿੱਲੀ ਵਾਲੇ ਆ, ਹਜੇ ਤਾਂ ਉਹਨਾਂ ਦਾ ਦਿੱਤਾ ਹੋਇਆ ਰਾਸ਼ਨ, ਉਹਨਾਂ ਦਾ ਆ ਰਿਹਾ ਰਾਸ਼ਨ ਨਹੀਂ ਖਤਮ ਹੋ ਰਿਹਾ। ਮੈਂ ਭੰਡਾਰੀ ਸਾਹਿਬ ਨੂੰ, ਬਹੁਤ ਸੀਨੀਅਰ ਤੇ ਸਿਆਣੇ ਬੰਦੇ ਨੇ, ਮੈਂ ਤਾਂ ਇਹਨਾਂ ਨੂੰ ਇਹ ਕਹੂੰਗਾ ਤੁਹਾਡੇ ਇਸ ਚੈਨਲ ਦੇ ਨਜ਼ਰੀਏ ਕਿ ਤੁਸੀਂ ਕੱਲ ਨੂੰ ਜਾਓ, ਅਰਦਾਸ ਕਰਕੇ ਜਾਓ, ਸਾਰੇ ਭਾਜਪਾ ਵਾਲੇ ਜਾ ਕੇ ਉਹਨਾਂ ਨੂੰ ਕਹੋ ਕਿ ਜੀ ਇਹ ਜਦੋਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ। ਲੋਕ ਜਦੋਂ ਜਿਹੜੀ ਚੀਜ਼ ਨੂੰ ਚਾਹੁੰਦੇ ਨਹੀਂ, ਉਹ ਚੀਜ਼ ਦੇਖੋ ਰਾਜੇਵਾਲ ਨੇ ਜੋ ਕੁਝ ਮਾੜਾ ਮੋਟਾ ਕੋਈ ਵੀ ਇੱਕ ਗੱਲ ਇੱਧਰ ਉੱਧਰ ਹੋ ਗਈ, ਤਾਂ ਵੀ ਵਧੀਆ ਗੱਲ ਜਿਹੜੀ ਸੀਗੀ ਭੰਡਾਰੀ ਸਾਹਿਬ ਨੇ ਕਹੀ ਆ, ਵੀ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਇਸ ਕਰਕੇ ਜਿਹੜਾ ਤੁਸੀਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਲਦੇਵ ਜੀ ਥੈਂਕ ਯੂ ਵੈਰੀ ਮਚ। ਮੈਂ ਭੰਡਾਰੀ ਸਾਹਿਬ ਦੇ ਕਮੈਂਟਸ ਲੈਣਾ ਚਾਹਾਂਗਾ। ਭੰਡਾਰੀ ਸਾਹਿਬ, ਜਿੱਦਾਂ ਬਲਦੇਵ ਜੀ ਨੇ ਕਿਹਾ, ਕੱਲ ਦੀ ਮੀਟਿੰਗ ਦੇ ਸਾਰਥਕ ਸਿੱਟੇ ਸਾਹਮਣੇ ਆਉਣ ਦੀ ਉਮੀਦ ਤਾਂ ਸਾਰੇ ਰੱਖਦੇ ਆ, ਪਰ ਸੰਘੇੜਾ ਜੀ ਨੇ ਵੀ ਕਿਹਾ, ਬਲਦੇਵ ਜੀ ਦੇ ਕਮੈਂਟ ਵੀ ਤੁਸੀਂ ਸੁਣੇ ਹੈ, ਇਹ ਮੀਟਿੰਗ ਜੋ ਸਿੱਟਾ ਨਹੀਂ ਨਿਕਲਦਾ, ਮਾਮਲਾ ਲਟਕਦਾ, ਦੇਰੀ ਹੁੰਦੀ ਹੈ, ਤਾਂ ਇਹ ਕਿਸਾਨ ਦੇ ਲਈ ਵੀ ਮੰਦਭਾਗਾ ਹੋਏਗਾ, ਪੰਜਾਬ ਦੇ ਲਈ ਵੀ ਤੇ ਦੇਸ਼ ਦੇ ਲਈ ਵੀ। ਇਸ ਲਈ ਇਹ ਦੇਰੀ ਜਿਹੜੀ ਹੈਗੀ ਆ ਸਾਡੇ ਸਾਰਿਆਂ ਲਈ ਖਤਰਨਾਕ ਹੈ। ਮੈਂ ਸਹਿਮਤ ਹਾਂ ਜੀ, ਮੈਂ ਬਿਲਕੁਲ ਤੁਹਾਡੇ ਨਾਲ ਵੀ ਸਹਿਮਤ ਹਾਂ, ਬਲਦੇਵ ਜੀ ਨਾਲ ਵੀ ਸਹਿਮਤ ਹਾਂ। ਕਿਸੇ ਤਰ੍ਹਾਂ ਦੀ ਵੀ ਅੜੀ ਨਹੀਂ ਵਿਚਾਣੀ ਚਾਹੀਦੀ। ਜੋ ਮੈਂ ਜਿਹੜਾ ਸ਼ੁਰੂ ਚ ਕਿਹਾ ਸੀ ਵੀ ਜੋ ਕਿਸਾਨੀ ਦੇ ਲੋਕਾਂ ਦੇ ਔਰ ਦੇਸ਼ ਦੇ ਹਿੱਤ ਚ ਉਹ ਕਰਨਾ ਚਾਹੀਦਾ। ਜੇ ਲੱਗਦਾ ਹੁਣ ਮੈਂ ਤਾਂ ਮਾਹਰ ਨਹੀਂ ਕਿ ਖੇਤੀ ਜਿਹੜੇ ਕਾਨੂੰਨ ਆਏ ਆ ਇਹਦਾ ਅਧਿਕਾਰ ਸੈਂਟਰ ਨੂੰ ਨਹੀਂ ਸਟੇਟ ਨੂੰ ਹੈ, ਉਹ ਇੱਕ ਐਪਰੋਪਰੀਏਟ ਬੋਡੀ ਨੂੰ ਰੈਫਰ ਕੀਤਾ ਜਾ ਸਕਦਾ ਵੀ ਜੇ ਸਟੇਟ ਦਾ ਦਖਲ ਖਤਮ, ਜੇ ਸੈਂਟਰ ਵਿੱਚ ਕਰ ਸਕਦਾ ਤਾਂ ਕਿਸਾਨਾਂ ਨੂੰ ਸਮਝਾਇਆ ਜਾ ਸਕਦਾ। ਇਹ ਤਾਂ ਹੁਣ ਮੈਂ ਆਈ ਐਮ ਨੋਬਡੀ, ਇਹ ਮੇਰੀ ਪਰਸਨਲ ਵਿਊ ਹੈ। I am nobody. I am not on behalf of the government.
ਮੈਂ ਤਾਂ ਸਰ ਤੁਸੀਂ ਲੰਬਾ ਸਮਾਂ ਉਹਦੀ ਗੱਲ ਕਰ ਰਿਹਾ। ਭੰਡਾਰੀ ਜੀ ਲੰਬਾ ਸਮਾਂ ਤੁਸੀਂ ਪੰਜਾਬ ਦੀ ਸੇਵਾ ਕੀਤੀ ਆ, ਹੁਣ ਵੀ ਕਰ ਰਹੇ ਹੋ। ਨੋ ਬੋਡੀ ਵਾਲੀ ਗੱਲ ਨਹੀਂ, ਤੁਹਾਡੀ ਬੜੀ ਕੰਟਰੀਬਿਊਸ਼ਨ ਹੈ ਪੰਜਾਬ ਨੂੰ ਅੱਗੇ ਲਿਜਾਣ ਦੇ ਲਈ, ਉਹ ਕਦੇ ਭੁਲਾਇਆ ਨਹੀਂ ਜਾ ਸਕਦਾ। ਅੱਜ ਵੀ ਤੁਸੀਂ ਪੰਜਾਬ ਦੇ ਸ਼ੁਭਚਿੰਤਕ ਤੌਰ ਤੇ ਗੱਲਬਾਤ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹਨਾਂ ਮਾਮਲਿਆਂ ਤੇ ਆਉਣ ਦੇ ਲਈ ਮੈਂ ਟਿੱਕਰੀ ਤੋਂ ਜਿਹੜੇ ਕਿਸਾਨ ਨੇਤਾ ਸਾਡੇ ਨਾਲ ਜੁੜੇ, ਬਲਦੇਵ ਭਾਈ ਰੂਪਾ, ਪ੍ਰੋਫੈਸਰ ਭੰਡਾਰੀ, ਜਗਤਾਰ ਸਿੰਘੜਾ ਜੀ, ਤਿੰਨੇ ਮਹਿਮਾਨਾਂ ਦਾ ਧੰਨਵਾਦੀ ਹੈ। ਜਿੱਦਾਂ ਜਾਨੀ ਜੀ ਨੇ, ਪ੍ਰੋਫੈਸਰ ਭੰਡਾਰੀ ਨੇ, ਸਿੰਘੜਾ ਜੀ ਨੇ, ਬਲਦੇਵ ਜੀ ਨੇ, ਸਾਰਿਆਂ ਨੇ ਇਸ ਮਾਮਲੇ ਤੇ ਅਰਦਾਸ ਕੀਤੀ ਹੈ, ਜਾਨੀ ਸਾਰਿਆਂ ਦੇ ਵਿਚਾਰ ਹੈ, ਸਾਰੇ ਇਸ ਅੰਦੋਲਨ ਦੇ ਪ੍ਰਤੀ ਸ਼ੁਭ ਚਿੰਤਕ ਹੈ, ਚਿੰਤਤ ਹੈ ਕਿ ਕੱਲ ਦੀ ਮੀਟਿੰਗ ਦੇ ਸਾਰਥਕ ਸਿੱਟੇ ਜਿਹੜੇ ਹੈਗੇ ਆ ਸਾਹਮਣੇ ਆਉਣੇ ਚਾਹੀਦੇ ਆ। ਇਹ ਸਾਰਥਕ ਸਿੱਟਿਆਂ ਦੇ ਇੰਤਜ਼ਾਰ ਚ ਇਸ ਵੱਡੇ ਸਵਾਲ ਦੇ ਨਾਲ ਹੀ ਆਪਾਂ ਅੱਜ ਦੀ ਇਸ ਮੀਟਿੰਗ ਨੂੰ ਦੇਖਦੇ ਹਾਂ ਕਿ ਮਾਮਲੇ ਸਾਹਮਣੇ ਆਉਣਗੇ, ਤਾਂ ਕਿ ਜਿਹੜਾ ਹੈਗਾ ਕਿਸਾਨ ਵੀ ਜਿੱਦਾਂ ਸਾਰਿਆਂ ਨੇ ਕਿਹਾ ਕਿ ਆਪਣੇ ਆਪਣੇ ਘਰਾਂ 'ਚ ਖੁਸ਼ੀ ਵਾਪਸ ਜਾਣ। ਸਾਰੇ ਚਾਹੁੰਦੇ ਆ ਕਿ ਨਵਾਂ ਸਾਲ ਜਿਹੜਾ ਕਿਸਾਨ ਆਪਣੇ ਪਰਿਵਾਰਾਂ 'ਚ ਜਾ ਕੇ ਮਨਾਉਣ। ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨੇ ਮਹਿਮਾਨਾਂ ਦਾ ਧੰਨਵਾਦੀ। ਇਹਦੇ ਨਾਲ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।